मैं इस गल ਨੂੰ रूह तो स्वीकार करदा ਹਾਂ कि अकाली सरकार समय ਸਾਡੇ ਕੋਲੋਂ कुछ गलतियां हो गईਆਂ। ਬਜ਼ੁਰਗ ਕਹਿੰਦੇ ਆ ਸੱਥਾਂ ਦੇ ਵਿੱਚ ਬੈਠੇ, ਕਹਿੰਦੇ ਜੇ ਅਕਾਲੀ ਦਲ ਹੀ ਮਾਫੀ ਮੰਗ ਲਿਆ ਆਪਦੇ ਕੀਤੇ ਕੰਮਾਂ ਦੀ, ਲੋਕ ਫੇਰ ਹੱਥਾਂ ਤੇ ਚੱਕ ਲੈਣਗੇ। ਇਸ ਚੀਜ਼ ਵੱਲ ਧਿਆਨ ਮਾਰਿਆ ਕਦੇ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੋਂ ਜਿਹੜੀ ਕਿ ਆਸ ਨਹੀਂ ਸੀ ਕੀਤੀ ਜਾ ਸਕਦੀ, ਸਮੇਧ ਸੈਣੀ ਵਰਗੇ ਨੂੰ ਡੀਜੀਪੀ ਲੈਣਾ ਸਭ ਤੋਂ ਵੱਡੀ ਗਲਤੀ। ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ। ਸਭ ਤੋਂ ਵੱਡੀ ਗਲਤੀ, ਸਭ ਤੋਂ ਵੱਡੀ। ਗ੍ਰਹਿ ਵਿਭਾਗ ਉਦੋਂ ਸੁਖਬੀਰ ਸਿੰਘ ਬਾਦਲ ਕੋਲੇ ਸੀ, ਡਿਪਟੀ ਮੁੱਖ ਮੰਤਰੀ ਕੋਲੇ। ਕੀ ਡੀਜੀਪੀ ਸਾਹਿਬ ਇਹਨਾਂ ਤੋਂ ਵੀ ਬਾਹਰ ਚੱਲਦੇ ਸੀ? ਜੇ ਉਹੀ ਸਮੇਧ ਸਿੰਘ ਇਹ ਬਿਆਨ ਦੇ ਦਿੰਦਾ ਵੀ ਜਿਹੜੀ ਗੋਲੀ ਚੱਲੀ ਆ ਉਹ ਮੁੱਖ ਮੰਤਰੀ ਦੇ ਆਰਡਰ ਤੇ ਚੱਲੀ ਆ, ਫਿਰ ਕਿੱਧਰ ਜਾਊ ਅਕਾਲੀ ਦਲ? ਦਈ ਜੇ ਚਿਹਰੇ ਨੂੰ ਲੈ ਕੇ ਕਿਤੇ ਨਾ ਕਿਤੇ, ਜਾਂ ਪ੍ਰਧਾਨ ਨੂੰ ਲੈ ਕੇ, ਪਾਰਟੀ ਦੀ ਜਿਹੜੀ ਨੁਮਾਇੰਦਗੀ ਆ ਉਸ ਨੂੰ ਲੈ ਕੇ ਪਾਰਟੀ ਨੇ ਮੰਥਨ ਕੀਤਾ ਗਾ? ਕੋਈ ਹੋਰ ਵਿਕਲਪ ਹੈ ਕਿ ਨਹੀਂ ਹਜੇ? ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਾਨੂੰ ਮਾਣ। ਰਤਨ ਤੁਸੀਂ ਮੇਰੇ ਦਫ਼ਤਰ 'ਚ ਬੈਠੇ ਸੀ, ਉੱਥੇ ਫੋਟੋ ਦੇਖੀ ਜੀ ਸੰਤਾਂ ਮੇਰੇ ਦਫ਼ਤਰ 'ਚ ਤਾਂ ਫੋਟੋ ਆ, ਕਿਸੇ ਦੇ ਘਰੇ ਵੀ ਫੋਟੋ ਨਾ ਹੋਵੇ ਪਰ ਲੋਕੀ ਸੰਤਾਂ ਨੂੰ ਪਿਆਰ ਕਰਦੇ। ਸੰਤਾਂ ਦੀ ਕੁਰਬਾਨੀ ਜਿਹੜੀ ਲਾਮਿਸਾਲ ਇੱਕ ਤਰ੍ਹਾਂ, ਉਸ ਕੁਰਬਾਨੀ ਦੀ ਜੇ ਯਾਦਗਾਰ ਬਣੀ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਉਹ ਸ਼ਹੀਦ ਹੋਏ ਸੀ, ਉਹ ਜੇ ਬਣੀ ਹੈ ਤਾਂ ਸੁਖਬੀਰ ਸਿੰਘ ਬਾਦਲ ਕਰਕੇ। ਇਹ ਕਹਿੰਦੇ ਸੀ ਕਿ ਸਿਆਸੀ ਬੰਦਿਆਂ ਨੂੰ ਸਵਾਲ ਕਰੋ ਜੀ, ਸਵਾਲ ਕਰਨਾ ਤੁਹਾਡਾ ਹੱਕ ਹੈ ਜੀ। ਅੱਜ ਸਵਾਲਾਂ ਤੋਂ ਕਿਉਂ ਭੱਜਦੇ? ਅੱਜ ਤਾਂ ਮਹੀਨਾ ਹੀ ਹੋਇਆ। ਕਿਉਂ ਅੱਜ ਜਿਹੜਾ ਭਗਵੰਤ ਮਾਨ ਹੈ ਇੱਕ ਕਮਰੇ 'ਚ ਬਹਿ ਕੇ ਉੱਥੋਂ ਹੀ ਆਪਣਾ ਜਿਹੜਾ ਭਾਸ਼ਣ ਦੇ ਦਿੰਦਾ ਆ, ਕਿਉਂ ਨਹੀਂ ਮੀਡੀਆ ਦਾ ਸਾਹਮਣਾ ਕਰਦਾ? ਇਹ ਕਹਿੰਦੇ ਸਿਕਿਉਰਟੀਆਂ ਤੋਂ ਬਿਨਾਂ ਜਾ ਕੇ ਲੋਕਾਂ ਦੇ ਵਿੱਚ ਵੇਖੋ। ਅਸੀਂ ਤਾਂ ਰੋਜ਼ ਲੋਕਾਂ 'ਚ ਰਹਿੰਦੇ। ਭਗਵੰਤ ਮਾਨ ਦੀ ਮਾਂ ਵੀ ਚੁੱਕੀ ਫਿਰੇ, ਭੈਣ ਵੀ ਚੁੱਕੀ ਫਿਰੇ, ਉਹਨਾਂ ਨੂੰ ਡਾਕੂ ਕਹਿੰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਪੰਜਾਬ ਦੇ ਵਿੱਚ ਨਵੀਂ ਪਾਰਟੀ ਸੱਤਾ ਦੇ ਵਿੱਚ ਆਈ ਆ, ਲਗਭਗ 2 ਮਹੀਨੇ ਹੋ ਗਏ ਆ, ਤੇ ਵਿਰੋਧੀਆਂ ਦੀ ਜੇ ਅਸੀਂ ਗੱਲ ਕਰਦੇ ਹਾਂ, ਹਾਲਾਂਕਿ ਹਰ ਵਿਰੋਧੀ ਦਾ ਇੱਕ ਸਿਆਸੀ ਧਰਮ ਵੀ ਆ ਵੀ ਉਹਨੇ ਵਿਰੋਧ ਕਰਨਾ ਹੀ ਹੁੰਦਾ ਗਾ, ਪਰ ਕਈ ਚੰਗੀਆਂ ਚੀਜ਼ਾਂ ਨੂੰ ਲੈ ਕੇ ਵਿਰੋਧੀ ਸਲਾਨਾ ਵੀ ਕਰਦੇ ਨੇ। ਬਹੁਤ ਕੁਝ ਰਾਜਨੀਤੀ ਦੇ ਵਿੱਚ ਆਏ ਦਿਨ ਬਦਲਦਾ ਵੀ ਆ, ਕਿਤੇ ਕਿਤੇ ਪੱਧਰ ਨੀਵਾਂ ਵੀ ਹੁੰਦਾ ਗਾ ਤੇ ਕਿਤੇ ਕਿਤੇ ਪੱਧਰ ਉੱਚਾ ਵੀ ਹੁੰਦਾ ਗਾ। ਪਰ ਜੇ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਮਾਝੇ ਦੀ, ਮਾਝੇ ਦੇ ਵਿੱਚ ਇਹ ਬੜਾ ਕਿਹਾ ਜਾ ਰਿਹਾ ਸੀਗਾ ਵੀ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਬਦਬਾ ਹੋ ਸਕਦਾ ਗਾ, ਪਰ ਮਾਝੇ ਦੇ ਵਿੱਚ ਅਕਾਲੀ ਦਲ ਦੀ ਹੀ ਪਕੜ ਮਜ਼ਬੂਤ ਰਹੇਗੀ, ਜਾਂ ਕਹਿ ਦਈਏ ਵੀ ਰਵਾਇਤੀ ਪਾਰਟੀ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੋਵੇ, ਉਹਨਾਂ ਦੀ ਪਕੜ ਮਜ਼ਬੂਤ ਰਹੇਗੀ। ਅੱਜ ਅਸੀਂ ਇੱਕ ਹੋਰ ਜਿਹੜੀ ਰਾਜਨੀਤਿਕ ਮੁਲਾਕਾਤ ਲੈ ਕੇ ਤੁਹਾਡੇ ਸਨਮੁਖ ਹੋਏ ਆ। ਇਹਦੇ ਵਿੱਚ ਅਕਾਲੀ ਦਲ ਦੇ ਮਾਝੇ ਦੇ ਵੱਡੇ ਲੀਡਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਅਕਾਲੀ ਦਲ ਬਾਰੇ ਵੀ ਜਾਣਾਂਗੇ, ਮਾਝੇ ਦੇ ਵਿੱਚ ਕੀ ਸਥਿਤੀ ਆ, ਸਰਕਾਰ ਦੇ ਰੋਲ ਬਾਰੇ ਵੀ ਜਾਣਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਵਿਰਸਾ ਸਿੰਘ ਵਲਟੋਹਾ। ਵਲਟੋਹਾ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ। ਜੀ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਲਟੋਹਾ ਸਾਹਿਬ, ਪਹਿਲਾ ਮੈਂ ਕਮੈਂਟ ਚਾਹੂੰਗਾ, ਸਰਕਾਰ ਨੂੰ ਲੈ ਕੇ 2 ਮਹੀਨੇ ਹੋ ਗਏ, ਕਿਵੇਂ ਦੀ ਪਰਫਾਰਮੈਂਸ ਦੇਖ ਰਹੇ ਹੋ? ਕਿ ਤੁਸੀਂ ਵੀ 6 ਮਹੀਨੇ, ਕਈ ਲੀਡਰ ਕਹਿ ਦਿੰਦੇ ਵੀ ਅਸੀਂ 6 ਮਹੀਨੇ ਦੇਵਾਂਗੇ ਫਿਰ ਦੱਸਾਂਗੇ ਵੀ ਕੀ ਕਰ ਰਹੀ ਹੈ ਸਰਕਾਰ। ਤੁਹਾਨੂੰ ਕੀ ਲੱਗ ਰਿਹਾ ਜਿਹੜੇ ਪਹਿਲਾਂ ਵਾਲੇ ਸਟੈਪ ਪੱਟੇ ਆ, ਠੀਕ ਚੱਲ ਰਿਹਾ ਕਿ ਬਹੁਤ ਕੁਝ ਗੜਬੜ ਹੋ ਗਿਆ? ਦੇਖੋ ਰਤਨ, ਅਜੇ ਸਮਾਂ ਬਹੁਤ ਘੱਟ ਹੈ ਕਿ ਜੇ ਆਪਾਂ ਸਪਸ਼ਟ ਰੂਪ 'ਚ ਕਮੈਂਟ ਕਰਨਾ ਹੋਵੇ ਜੀ, ਪ੍ਰਤੀਕਿਰਿਆ ਦੇਣੀ ਹੋਵੇ ਤਾਂ ਸ਼ਾਇਦ ਸਮੇਂ ਦੇ ਪੱਖੋਂ ਜਾਇਜ਼ ਨਹੀਂ ਲੱਗਦੀ ਜੀ, ਸਮਾਂ ਦੇਣਾ ਚਾਹੀਦਾ। ਪਰ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਝੋਨੇ ਵਾਲੇ ਪਿੰਡ ਪਰਾਲੀ ਤੋਂ ਪਤਾ ਲੱਗ ਜਾਂਦਾ। ਇਸ ਸਰਕਾਰ ਦੀ ਸ਼ੁਰੂਆਤ ਜਿਸ ਤਰ੍ਹਾਂ ਦੀ ਲੋਕਾਂ ਦੇ ਸਾਹਮਣੇ ਆਈ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਆਸ਼ਾ ਦੇ ਨਾਲ, ਜਿਸ ਉਤਸ਼ਾਹ ਦੇ ਨਾਲ, ਜਿਸ ਚਾਅ ਦੇ ਨਾਲ, ਜੋ ਮਨ 'ਚ ਇੱਛਾਵਾਂ ਲੈ ਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ ਜੀ, ਤੇ ਸਰਕਾਰ ਤੇ ਨਜ਼ਰ ਹੀ ਨਹੀਂ ਆਈ 2 ਮਹੀਨੇ ਹੋ ਗਏ। ਸਰਕਾਰ ਦੀ ਪਰਫਾਰਮੈਂਸ ਜਿਹੜੀ ਹੈ, ਲੋਕਾਂ ਨੂੰ ਚਾਹੀਦਾ ਕੀ ਹੈ? ਬੁਨਿਆਦੀ ਲੋੜਾਂ ਜੀ, ਤੇ ਬੁਨਿਆਦੀ ਲੋੜਾਂ 'ਚ ਸਭ ਤੋਂ ਵੱਡੀ ਲੋੜ ਕੀ ਹੈ? ਬਿਜਲੀ। ਜੇ ਬਿਜਲੀ ਨਹੀਂ ਤੇ ਜ਼ਿੰਦਗੀ ਨਹੀਂ। ਅੱਜ ਜੋ ਬਿਜਲੀ ਦੇ ਹਾਲਾਤ ਪੰਜਾਬ 'ਚ ਪੈਦਾ ਹੋਏ ਨੇ, ਇਹਦਾ ਮਤਲਬ ਹੈ ਕਿ ਤੁਸੀਂ ਇਹਦੇ 'ਚ ਫੇਲ ਹੋਏ ਜੇ। ਲੋਕਾਂ ਨੂੰ ਤੁਸੀਂ ਲੋਕਾਂ ਦੀ ਜਿਹੜੀ ਮੁੱਢਲੀ ਜ਼ਰੂਰਤ ਹੈ ਉਹ ਦੇਣ 'ਚ ਵੀ ਅਸਫਲ ਹੋਏ। ਤੇ ਇਸ ਕਰਕੇ ਜਿਹੜਾ ਹੋਰ ਵੀ ਕਈ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਦੀ ਜਿਹੜੀ ਪਰਫਾਰਮੈਂਸ ਹੈ
ਉਹ ਕਿਸੇ ਤਰ੍ਹਾਂ ਦੀ ਨਜ਼ਰ ਨਹੀਂ ਆਈ। ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਇਹ ਕਾਮਯਾਬ ਹੋਣ। ਲੋਕਾਂ ਨੇ ਜਿਹੜਾ ਇਹਨਾਂ ਨੂੰ ਮੈਂਡੇਟ ਦਿੱਤਾ ਹੈ, ਐਡਾ ਵੱਡਾ ਦਿੱਤਾ ਹੈ, ਕੋਈ ਸੋਚ ਸਮਝ ਕੇ ਦਿੱਤਾ ਆ, ਬੜੀ ਆਸ਼ਾ ਨਾਲ ਦਿੱਤਾ ਆ, ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਨੇ ਜੀ, ਤੇ ਲੋਕਾਂ ਦੇ ਚਾਅ ਪੂਰੇ ਕਰਨ। ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ। ਪਰ ਕੇਵਲ ਤੇ ਕੇਵਲ ਅਜੇ ਤੱਕ ਗੱਲਾਂ ਸਾਹਮਣੇ ਆਈਆਂ ਕਿ ਪਹਿਲੀ ਤਾਂ ਗੱਲ ਕਿ ਕਿਹਾ ਕਿ 35,000 ਕੱਚੇ ਮੁਲਾਜ਼ਮ ਪੱਕੇ ਕਰ ਦਾਂਗੇ, ਹੋ ਗਏ। ਜੇ ਨੋਟੀਫਿਕੇਸ਼ਨ ਆਪਾਂ ਕਹਿ ਲਈਏ ਅਜੇ ਸ਼ਾਇਦ ਉਹ ਵੀ ਨਹੀਂ ਜਾਰੀ ਹੋਈ, ਉਹ ਵੀ ਕੈਬਨਿਟ ਦੇ ਵਿੱਚ ਹੀ ਪਾਸ ਹੋਇਆ ਕਿ ਇੱਕ ਵਿਧਾਇਕ ਇੱਕ ਪੈਨਸ਼ਨ। ਇਸ ਤੋਂ ਇਲਾਵਾ ਤਾਂ ਕੋਈ ਕੇਵਲ ਤੇ ਕੇਵਲ ਐਲਾਨ ਹੀ ਹੈ, ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ, ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਸਾਹਮਣੇ ਨਹੀਂ ਲਿਆਂਦਾ ਗਿਆ। 2 ਵਾਰਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਸੈਸ਼ਨ ਬੁਲਾ ਲਏ ਨੇ, ਉੱਥੇ ਵੀ ਕਿਸੇ ਤਰ੍ਹਾਂ ਦਾ ਤੁਸੀਂ ਕਾਨੂੰਨ ਨਹੀਂ ਬਣਾਇਆ ਕਿ ਜਿਹੜੀਆਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਜੀ। ਤੇ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ, ਨਵੇਂ ਸਬਜ਼ ਬਾਗ ਲੋਕਾਂ ਨੂੰ ਜਿੰਨੇ ਮਰਜ਼ੀ ਵਿਖਾਈ ਜਾਓ, ਪਰ ਜਿੰਨਾ ਚਿਰ ਇੰਪਲੀਮੈਂਟੇਸ਼ਨ ਹੈ ਨਹੀਂ। ਹਾਂਜੀ, ਚਾਹੇ ਹੁਣ ਆਪਾਂ ਕਹਿ ਲਈਏ ਕਿ ਇਹਨਾਂ ਨੇ ਕਿਹਾ ਸੀਗਾ ਕਿ ਕਰਪਸ਼ਨ ਵਿਰੁੱਧ ਇਹਨਾਂ ਨੇ ਇੱਕ ਲਾਈਨ ਜਿਹੜੀ ਹੈ ਆਪਾਂ ਕਹਿ ਲਈਏ ਹੈਲਪਲਾਈਨ ਦਿੱਤੀ ਸੀਗੀ। ਉਹਦੇ ਉੱਤੇ ਜੋ ਪਤਾ ਲੱਗਾ, ਮੇਰੇ ਕੋਲ ਡਾਟਾ ਆਇਆ, ਤੁਹਾਡੇ ਕੋਲ ਮੇਰੇ ਤੋਂ ਹੋ ਸਕਦਾ ਕਿ ਵੱਧ ਹੋਵੇ, ਕਲੀਅਰ ਹੋਵੇ, ਕਿ 3 ਲੱਖ ਦੇ ਕਰੀਬ ਕੰਪਲੇਂਟ ਚਲੀ ਗਈ। ਐਕਸ਼ਨ ਕਿੰਨਿਆਂ ਤੇ ਹੋਇਆ? 3 ਤੇ। ਤੇ ਫਿਰ ਹੈਲਪਲਾਈਨ ਕਾਹਦੇ ਵਾਸਤੇ ਖੋਲ੍ਹੀ ਜੀ? ਜਾਂ ਤਾਂ ਤੁਸੀਂ ਡਿਸਾਈਡ ਕਰਕੇ ਜਿਹੜੀਆਂ ਵੀ ਸ਼ਿਕਾਇਤਾਂ ਗਈਆਂ ਨੇ ਉਹਨਾਂ ਬਾਰੇ ਕਹਿ ਦਿਓ ਕਿ ਇਹ ਗਲਤ ਹੈ। ਫੈਸਲਾ ਤੁਸੀਂ ਕੋਈ ਦੇ ਨਹੀਂ ਰਹੇ। 3 ਲੱਖ ਲੋਕਾਂ ਨੇ ਕੰਪਲੇਂਟਾਂ ਕਰਤੀਆਂ। ਲੋਕਾਂ ਨੂੰ ਤੁਸੀਂ ਬਾਹਰ ਜਾ ਕੇ ਤੁਸੀਂ ਬਾਹਰਲੇ ਸੂਬਿਆਂ 'ਚ ਕਹਿੰਦੇ ਜੀ ਅਸੀਂ ਉੱਥੇ ਹੈਲਪਲਾਈਨ ਖੋਲ੍ਹਤੀ ਹੈ ਜੀ। ਪੰਜਾਬ 'ਚ ਕੇਜਰੀਵਾਲ ਸਾਹਿਬ ਕਹਿੰਦੇ ਆ, ਚਾਹੇ ਗੁਜਰਾਤ ਜਾਂਦੇ ਨੇ, ਚਾਹੇ ਹਿਮਾਚਲ ਪ੍ਰਦੇਸ਼ 'ਚ ਜਾਂਦੇ ਨੇ ਕਿ ਭਗਵੰਤ ਮਾਨ ਨੇ 10 दिन में पंजाब में करप्शन खत्म कर दी। हो गई। ਹੁਣ 3 ਲੱਖ ਕੰਪਲੇਂਟ ਆਈ ਹੈ, ਕੀਤਾ ਤੁਸੀਂ ਉਹਦੇ 'ਚੋਂ ਕੱਖ ਨਹੀਂ। ਤੁਹਾਡੇ ਸਾਹਮਣੇ ਮਾਮਲੇ ਆ ਰਹੇ ਆ ਰੋਜ਼ਾਨਾ ਹੀ, ਤੁਸੀਂ ਕਰ ਰਹੇ ਹੋ ਜੱਗ ਜ਼ਾਹਰ ਵੀ ਆਹ ਦੇਖੋ ਮੁੱਖ ਮੰਤਰੀ ਸਾਹਿਬ ਐਂ ਹੋ ਰਿਹਾ ਹੈਗਾ। ਇਹ ਅਸੀਂ ਤਾਂ ਕਹਿ ਰਹੇ ਹਾਂ, ਤੁਹਾਡੇ ਸਾਹਮਣੇ ਵੀ ਇਹੀ ਗੱਲ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਫਰਕ ਕੋਈ ਨਹੀਂ ਪਿਆ, ਅੱਗੇ ਨਾਲ ਰੇਟ ਵੱਧ ਗਏ, ਹੋਰ ਵੱਧ ਗਏ, ਔਰ ਹਰੇਕ ਪੱਖੋਂ ਵੱਧ ਗਿਆ। ਤੁਸੀਂ ਕਹਿੰਦੇ ਸੀ ਕਿ ਰੇਤਾ ਦੇ ਵਿੱਚੋਂ ਅਸੀਂ ਜਿਹੜਾ ਮਾਈਨਿੰਗ ਦੇ ਵਿੱਚੋਂ ਅਸੀਂ 34,000 ਕਰੋੜ 20,000 ਕਰੋੜ ਰੁਪਈਆ ਜਿਹੜਾ ਅਸੀਂ ਪੈਦਾ ਕਰ ਲੈਣਾ ਹੈ। ਹਾਂਜੀ, ਤੇ 20,000 ਦੀ ਥਾਂ ਮਤਲਬ 20,000 ਕਰੋੜ ਦੀ ਥਾਂ ਤੇ ਟਰਾਲੀ 20,000 ਨੂੰ ਹੋਈ ਫਿਰਦੀ ਹੈ ਰੇਤਾ ਦੀ। ਕਿੱਥੇ ਜਾਣਗੇ ਪੰਜਾਬ ਦੇ ਲੋਕ? ਜਿਹੜੀਆਂ ਬੁਨਿਆਦੀ ਲੋੜਾਂ ਨੇ, ਜਿਹੜੀਆਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ ਕਿ ਪੰਜਾਬ ਦੇ ਵਿੱਚ ਰੇਤਾ ਜੀ, ਰੇਤਾ ਪੰਜਾਬ ਦੀ ਧਰਤੀ ਚੋਂ ਨਿਕਲਦਾ ਜੀ, ਇਹ ਮਾਫੀਆ ਬਣ ਗਿਆ ਜੀ। ਤੇ ਹੁਣ ਉਹਦੇ ਬਾਰੇ ਦੱਸੋ ਕਿ ਰੇਤਾ ਕਿਉਂ ਮਹਿੰਗਾ ਹੋ ਗਿਆ, ਕਿਉਂ ਲੋਕੀ ਧਾਹਾਂ ਮਾਰਦੇ ਨੇ, ਬਿਜਲੀ ਕਿਉਂ ਤੁਸੀਂ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰਵਾ ਰਹੇ। ਲੋਕੀ ਜਿਹੜੇ ਨੇ ਦੇਖੋ ਰਤਨ, ਮੈਂ ਤੁਹਾਨੂੰ ਦੱਸਾਂ, ਤੁਹਾਡਾ ਤੇ ਜਨਮ ਹੈਗਾ 90 ਦਾ, ਸ਼ਾਇਦ ਤੁਸੀਂ ਉਦੋਂ ਹੋਸ਼ ਨਾ ਸੰਭਾਲੀ ਹੋਵੇ। ਆਪਣੇ ਪੰਜਾਬ 'ਚ ਕੀ ਸੀਗਾ ਕਿ ਵਿਆਹਾਂ ਦੇ ਉੱਤੇ ਜਦੋਂ ਧੀਆਂ ਨੂੰ ਮਾਪੇ ਦਾਜ ਦਿੰਦੇ ਸੀ ਜੀ, ਉਹਦੇ ਵਿੱਚ ਪੱਖੀਆਂ ਵੀ ਦਿੰਦੇ ਹੁੰਦੇ ਸੀ। ਤੇ ਪੱਖੀਆਂ ਦਾਜ ਇਸ ਕਰਕੇ ਦਿੰਦੇ ਸੀ ਕਿ ਗਰਮੀ ਦੇ ਵਿੱਚ ਸਾਡੇ ਧੀ ਜਵਾਈ ਨੂੰ ਗਰਮੀ ਨਾ ਲੱਗੇ ਤੇ ਇਹ ਪੱਖੀ ਝੱਲਣ ਤੇ ਠੰਡੀ ਹਵਾ ਲੈਣ। ਤੇ ਪੱਖੀ ਕਿਉਂ ਝੱਲਣੀ ਪੈਂਦੀ ਸੀ ਕਿ ਪੰਜਾਬ ਦੇ ਅੰਦਰ ਬਿਜਲੀ ਦੀ ਥੁੜ ਸੀਗੀ। ਸਭ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨੇ ਪੰਜਾਬ 'ਚ ਪਾਵਰ ਸਰਪਲਸ ਕਰਤੀ, ਬਿਜਲੀ ਵਾਧੂ ਕਰਤੀ, ਔਰ ਪੰਜਾਬ ਦੇ ਵਿੱਚੋਂ ਪੱਖੀਆਂ ਖਤਮ ਹੋ ਗਈਆਂ। ਜਿਹੜੇ ਦਾਜ ਦੇ ਵਿੱਚ ਧੀਆਂ ਨੂੰ ਮਾਪੇ ਪੱਖੀਆਂ ਦਾ ਦਾਜ ਦਿੰਦੇ ਸੀਗੇ, ਦਾਜਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਜਿਹੜੇ ਸਧਾਰਨ ਪਰਿਵਾਰ ਨੇ, ਜਿਹੜੇ ਲੇਬਰਰ ਪਰਿਵਾਰ ਨੇ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਪੱਖੀਆਂ ਬੰਦ ਹੋ ਗਈਆਂ। ਤੁਸੀਂ ਦੇਖਿਆ ਹੋਣਾ ਬਾਜ਼ਾਰਾਂ ਦੇ ਵਿੱਚ ਪੱਖੀਆਂ ਵਿਕਣੀਆਂ ਬੰਦ ਹੋ ਗਈਆਂ ਤੇ ਭੌਂ ਕੇ ਲੋਕਾਂ ਦੇ ਹੱਥਾਂ 'ਚ ਪੱਖੀਆਂ ਫੜਾਤੀਆਂ, ਬਾਜ਼ਾਰਾਂ 'ਚ ਵੀ ਆ ਗਈਆਂ ਨੇ। ਤੇ ਇਸ ਤੋਂ ਵੱਡਾ ਬਦਲਾਅ ਕਿਹੜਾ? ਪਰ ਬਲਟੋਹਾ ਸਾਹਿਬ ਜੇ ਪਿੱਛੇ ਨਜ਼ਰ ਮਾਰਦੇ ਆ, ਠੀਕ ਆ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਗਵਰਨਮੈਂਟ ਨੇ ਸਰਪਲਸ ਕਰਤਾ ਸੂਬਾ, ਪਰ ਜੇ ਕਰਜ਼ੇ ਦੀ ਗੱਲ ਆਉਂਦੀ ਆ ਤੇ ਬੜੇ ਲੋਕ ਕਹਿੰਦੇ ਆ ਵੀ ਇਹਨਾਂ ਦਾ ਬੋਇਆ ਹੋਇਆ ਹੈਗਾ, ਨੀਂਹ ਪੱਥਰ ਇਹਨਾਂ ਨੇ ਹੀ ਰੱਖਿਆ ਸੀ ਕਰਜ਼ੇ ਵਾਲਾ, ਅਕਾਲੀ ਗਵਰਨਮੈਂਟ ਕਰਕੇ ਹੀ ਬਹੁਤ ਕੁਝ ਬਦਲ ਗਿਆ। ਦੇਖੋ ਰਤਨ, ਇਹੀ ਦੁੱਖ ਦੀ ਗੱਲ ਹੈ ਕਿ ਜੇ ਤੁਸੀਂ ਜਦੋਂ ਤੋਂ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ, ਲਗਭਗ ਮੇਰਾ ਖਿਆਲ 45-50 ਸਾਲ ਹੋ ਗਏ,
ਜਦੋਂ ਤੋਂ ਸੂਬਾ ਹੋਂਦ 'ਚ ਆਇਆ ਉਸ ਤੋਂ ਬਾਅਦ ਜੀ ਸਨ 80 ਕੁ ਤੱਕ ਜਿਹੜੀ ਆ ਸਟੇਟ ਸਰਪਲਸ ਰਹੀ ਹੈ, ਜਿਹੜੀ ਜੀ ਆਪਾਂ ਕਹਿ ਦਈਏ ਫਾਈਨਾਂਸ ਪੱਖੋਂ, ਆਰਥਿਕ ਤੌਰ ਤੇ। ਉਸ ਤੋਂ ਬਾਅਦ ਜਦੋਂ ਮਿਲੀਟੈਂਸੀ ਆਈ ਹੈ, ਫਿਰ ਜਿਹੜਾ ਬੋਝ ਪਿਆ ਜੀ, ਤੇ ਤੁਸੀਂ ਇਹ ਦੇਖੋਗੇ ਕਿ ਜਿਹੜੇ ਉਹ 15 ਸਾਲ ਸੀਗੇ, ਜੀ, ਉਹਨਾਂ 15 ਸਾਲਾਂ 'ਚ ਪੰਜਾਬ 'ਚ ਇੱਟ ਵੀ ਨਹੀਂ ਲੱਗੀ। ਜਿਹਨੂੰ ਆਪਾਂ ਖਾੜਕੂਵਾਦ ਦਾ ਦੌਰ ਕਹਿ ਦਿੰਦੇ ਹਾਂ, ਜਾਂ ਜਿਹਨੂੰ ਆਪਾਂ ਰਾਸ਼ਟਰਪਤੀ ਰਾਜ ਕਹਿ ਦਿੰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ। ਫਿਰ ਜਦੋਂ ਚੁਣੀਆਂ ਹੋਈਆਂ ਸਰਕਾਰਾਂ ਆਈਆਂ ਨੇ, ਔਰ ਖਾਸ ਕਰਕੇ ਜਦੋਂ 1997 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਹੈ, ਉਸ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਵੱਡੀ ਜਿਹੜੀ ਹੈ ਉਹਨਾਂ ਨੂੰ ਸਹੂਲਤ ਦਿੱਤੀ ਗਈ ਕਿ ਉਹਨਾਂ ਦੇ ਬੰਬੀਆਂ ਦੇ ਬਿੱਲ ਮਾਫ ਕੀਤੇ ਗਏ, ਮਾਮਲਾ ਮਾਫ ਕੀਤਾ ਗਿਆ। ਗਰੀਬ ਭਾਈਚਾਰੇ ਨੂੰ, ਜਿਹੜੇ ਅੱਜ 28 ਲੱਖ ਖਪਤਕਾਰ ਨੇ, ਉਹਨਾਂ ਦਾ ਹਰ ਮਹੀਨੇ ਦਾ 200 ਯੂਨਿਟ ਬਿਜਲੀ ਦਾ ਫ੍ਰੀ ਕੀਤਾ ਗਿਆ। 2 ਮਹੀਨਿਆਂ ਦਾ ਸਰਕਲ ਚੱਲਦਾ ਬਿਜਲੀ ਦੇ ਬਿੱਲ ਦਾ, 400 ਯੂਨਿਟ ਉਹਨਾਂ ਨੂੰ ਮੁਫਤ ਕੀਤਾ ਗਿਆ। ਜੇ 400 ਤੋਂ ਵੱਧ ਕੋਈ ਬਿੱਲ ਆ ਜਾਂਦਾ ਸੀ, ਉਹ ਵੱਧ ਵਾਲੇ ਦਾ ਹੀ ਆਉਂਦਾ ਸੀ, ਉਹਨਾਂ ਨੂੰ ਬਿੱਲ ਜਿਹੜਾ ਆ 400 ਵਿੱਚੋਂ ਮਾਈਨਸ ਕਰਕੇ ਆਉਂਦਾ ਸੀ। ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਨੇ ਉਸ ਪੰਜਾਬ ਸਰਕਾਰ ਨੇ ਦਿੱਤੀਆਂ। ਡਿਵੈਲਪਮੈਂਟ ਜਿਹੜੀ ਹੈ, ਚੰਡੀਗੜ੍ਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣਾ ਹੋਵੇ 7-7 8-8 ਘੰਟੇ ਲੱਗਦੇ ਸੀਗੇ, ਅੱਜ ਤੁਸੀਂ 3 ਘੰਟੇ 'ਚ ਅੰਮ੍ਰਿਤਸਰੋਂ ਚੰਡੀਗੜ੍ਹ ਆਰਾਮ ਨਾਲ ਚੱਲ ਜਾਂਦੇ ਜੀ। ਇਹ ਡਿਵੈਲਪਮੈਂਟ ਕਿਹਨੇ ਕੀਤੀ ਹੈ? 4 ਲੇਨ 6 ਲੇਨ ਹੁਣ ਤੁਸੀਂ ਬਠਿੰਡੇ ਦੇ ਲਾਗੋਂ ਆਏ ਜੀ, ਪਤਾ ਲੱਗਾ ਕਿ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਪਤਾ ਹੀ ਨਹੀਂ ਲੱਗਾ ਹੋਣਾ, ਆ ਗਿਆ ਹੋਣਾ। ਤੇ ਨਹੀਂ ਤੇ ਅੱਗੇ ਬਠਿੰਡੇ ਸਾਡੇ ਵਰਗਿਆਂ ਨੇ ਜਾਣਾ ਤਾਂ ਸਾਨੂੰ ਸੋਚਣਾ ਪੈਂਦਾ ਯਾਰ ਬਠਿੰਡੇ ਜਾਣਾ, ਮਨ ਤੇ ਬੋਝ ਹੁੰਦਾ ਸੀਗਾ। ਹੁਣ ਬਠਿੰਡੇ ਜਾਣਾ, ਚੰਡੀਗੜ੍ਹ ਜਾਣਾ, ਪਠਾਨਕੋਟ ਜਾਣਾ, ਕਿਸੇ ਪਾਸੇ ਜਾਣਾ ਪੰਜਾਬ ਦੇ, ਇਹ ਡਿਵੈਲਪਮੈਂਟ ਹੈ, ਐਸਟ ਨੇ। ਇੱਕ ਜਿਸ ਤਰ੍ਹਾਂ ਘਰ ਹੁੰਦਾ ਨਾ, ਜੇ ਘਰ ਕੋਈ ਤਿਆਰ ਕਰਦਾ ਹੈ, ਕੋਈ ਮੰਨ ਲਓ ਮਕਾਨ ਹੀ ਤਿਆਰ ਕਰਦਾ, ਕਰਜ਼ਾ ਚੁੱਕ ਕੇ ਕਰਦਾ ਆ, ਤੇ ਉਹਨੇ ਮਕਾਨ ਤੇ ਤਿਆਰ ਕਰ ਲਿਆ ਨਾ, ਉਹਦੀ ਜਾਇਦਾਦ ਤੇ ਬਣ ਗਈ ਨਾ। ਪਰ ਬਲਟੋਹਾ ਸਾਹਿਬ ਕਰਜ਼ਾ ਲਾਉਣ ਵਾਲੇ ਪਾਸੇ ਕਿਉਂ ਨਹੀਂ ਹੋਏ, ਜਾਂ ਉਹੋ ਜੀ ਚੀਜ਼ ਇੰਡਸਟਰੀ ਨੂੰ ਲੈ ਕੇ ਬੜੀਆਂ ਵੱਡੀਆਂ ਗੱਲਾਂ ਕਰਦੇ ਰਹੇ ਸੁਖਬੀਰ ਬਾਦਲ, ਖਾਸ ਕਰਕੇ ਜੇ ਭਗਵੰਤ ਮਾਨ ਦੀ ਪਹਿਲੀ ਗੱਲ ਜਿਹੜੀ ਆਪਾਂ ਕਹਿ ਦਈਏ ਸੋਸ਼ਲ ਮੀਡੀਆ ਤੇ ਚੱਲਦੀ ਆ, ਜਾਂ ਇੱਕ ਵਿਅੰਗ ਕੱਸਿਆ ਜਾਂਦਾ ਹੈਗਾ ਕੈਲੀਫੋਰਨੀਆ ਨੂੰ ਲੈ ਕੇ, ਉਹ ਸੁਪਨਾ ਤੇ ਉਦੋਂ ਬਾਅਦ ਕਰਜ਼ਾ ਲਾਉਣ ਵਾਲਾ ਸੁਪਨਾ, ਇਹ ਕਿੱਥੇ ਚੀਜ਼ਾਂ ਰਹਿ ਗਈਆਂ? ਕਰਜ਼ਾ ਲਾਉਣ ਵਾਲੀ ਤਾਂ ਹਾਲਾਂਕਿ ਗੱਲ ਹੀ ਨਹੀਂ ਕਿਸੇ ਨੇ ਕੀਤੀ। ਦੇਖੋ ਮੈਂ ਇੱਕ ਬੇਨਤੀ ਕਰਾਂ ਜੀ, ਇੱਕ ਸਟੇਜ ਤੁਹਾਡੇ ਘਰ ਦੀ ਆ ਜਾਂਦੀ ਹੈ ਜੀ, ਜਦੋਂ ਤੁਹਾਡੀਆਂ ਸਾਰੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਸਾਧਨ ਹੁੰਦੇ ਨੇ, ਉਹਨਾਂ ਸਾਧਨਾਂ ਦੇ ਨਾਲ ਤੁਸੀਂ ਕਰਜ਼ਾ ਵੀ ਲਾ ਸਕਦੇ ਜੀ। ਤੇ ਹੁਣ ਪੰਜਾਬ ਦੇ ਵਿੱਚ ਬੁਨਿਆਦੀ ਢਾਂਚਾ ਜਿਹੜਾ ਆ ਉਹ ਲਗਭਗ ਮੁਕੰਮਲ ਕਰ ਲਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ। ਤੁਸੀਂ ਦੇਖੋਗੇ 4 ਚੁਫੇਰੇ ਜੋ ਕੁਝ ਵੀ ਹੈ, ਚਾਹੇ ਪਿੰਡਾਂ ਦੇ ਵਿਕਾਸ ਦੀ ਗੱਲ ਕਰ ਲਓ, ਖੇਤਾਂ ਦੇ ਰਾਹ ਪੱਕੇ ਗਿਣ ਲਓ, ਖੇਤਾਂ ਦੇ ਵਿੱਚ 24 ਘੰਟੇ ਬੱਤੀ ਗਿਣ ਲਓ, ਪਿੰਡਾਂ ਦੇ ਵਿੱਚ 24 ਘੰਟੇ ਗਿਣ ਲਓ। ਹਾਂਜੀ, ਫਿਰ ਜਿਹੜਾ ਬੱਤੀ ਜਨਰੇਟ ਹੀ ਨਹੀਂ ਕੀਤੀ, ਉਹਦੀ ਜਨਰੇਸ਼ਨ ਤੇ ਉਹਦਾ ਟਰਾਂਸਮਿਸ਼ਨ ਜਿਹੜਾ ਆ ਉਹਦੇ 'ਚ ਵੀ ਬੜੀ ਬਿਹਤਰੀ ਕੀਤੀ। ਹੋਰ ਵੱਖ-ਵੱਖ ਜਿਹੜੇ ਪੱਖਾਂ ਤੋਂ ਜਿਹੜਾ ਆ ਵਿਕਾਸ ਕੀਤਾ। ਤੇ ਇੱਕ ਸਟੇਜ ਆ ਜਾਂਦੀ ਫਿਰ ਜਦੋਂ ਤੁਹਾਡੇ ਕੋਲ ਜਿਹੜਾ ਤੁਹਾਡਾ ਰੈਵਨਿਊ ਹੈ ਉਹ ਸਿੱਧਾ ਜਿਹੜਾ ਆ ਤੁਹਾਡੇ ਕਰਜ਼ੇ ਲਾਉਣ ਵਾਲੇ ਪਾਸੇ ਆ ਜਾਂਦਾ ਹੈ। ਉਹ ਸਟੇਜ ਆ ਗਈ ਸੀ ਇੱਕ ਤਰ੍ਹਾਂ ਦੀ, ਪਰ ਇਹਨਾਂ ਕੋਲ ਸੰਭਾਲਿਆ ਹੀ ਨਹੀਂ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਫਾਈਨਾਂਸ ਮੰਤਰੀ ਜਿਹੜੇ ਰਹੇ ਨੇ ਸਾਡੇ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰੀ, ਜਿਨ੍ਹਾਂ ਨੇ ਦਾਅਵੇ ਤੇ ਵੱਡੇ ਵੱਡੇ ਕੀਤੇ, ਪਰ ਉਹਨਾਂ ਕੋਲ ਡਿਪਾਰਟਮੈਂਟ ਚੱਲਿਆ ਹੀ ਨਹੀਂ, ਨਾ ਵਿੱਤ ਵਿਭਾਗ ਚੱਲਿਆ ਆ ਤੇ ਨਾ ਸਰਕਾਰ ਹੀ ਚੱਲੀ ਆ, ਨਾ ਕੈਪਟਨ ਸਾਹਿਬ ਨੇ ਚਲਾਈ ਹੈ। ਤੇ ਤੁਸੀਂ ਇਸ ਗੱਲ ਨੂੰ ਰਤਨ ਸਵੀਕਾਰ ਕਰੋਗੇ ਕਿ 80 ਤੋਂ ਲੈ ਕੇ 2017 ਤੱਕ ਜਿੰਨਾ ਕਰਜ਼ਾ ਚੜਿਆ ਜੀ, ਉਨਾ ਹੀ ਕਰਜ਼ਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰੀ ਚੜ੍ਹ ਗਏ 5 ਸਾਲਾਂ 'ਚ। ਜਿਹੜਾ 82-90 ਹਜ਼ਾਰ ਕਰੋੜ ਦਾ ਅਕਾਲੀ ਸਰਕਾਰ ਵੇਲੇ 10 ਸਾਲਾਂ 'ਚ ਚੜਿਆ, ਤੇ ਇਹ ਜਿਹੜਾ ਪਿਛਲਾ ਪਾ ਕੇ ਤੇ ਅਕਾਲੀ ਸਰਕਾਰ ਦਾ ਪਾ ਕੇ 1.5 ਲੱਖ ਕਰੋੜ ਇਹ 5 ਸਾਲਾਂ 'ਚ ਚੜ੍ਹ ਗਏ। ਲਗਭਗ ਜਿਹੜਾ ਆ ਕਰਜ਼ਾ ਡਬਲ ਕਰ ਗਏ। ਹਾਂਜੀ, ਹੁਣ ਜਿੱਥੋਂ ਤੱਕ ਆਉਂਦਾ ਆ ਆਮ ਆਦਮੀ ਪਾਰਟੀ ਸਰਕਾਰ ਦਾ, ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, ਸਹੂਲਤਾਂ ਦੇਵਾਂਗੇ, ਬੇਰੁਜ਼ਗਾਰੀ ਦੂਰ ਕਰਾਂਗੇ, 25 ਲੱਖ ਨੌਕਰੀਆਂ ਦੇਵਾਂਗੇ ਜੀ। ਹੁਣ ਦੂਸਰਿਆਂ ਤੇ ਕਰਜ਼ੇ ਦਾ ਸਵਾਲ ਚੁੱਕਣ ਵਾਲੇ ਸੱਜਣ 40 ਦਿਨਾਂ 'ਚ 7000 ਕਰੋੜ ਦਾ ਕਰਜ਼ਾ ਲੈਂਦੇ। ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਦੀ ਸਰਕਾਰ ਨੇ, ਸੁਪਰ ਸੀਐਮ ਕੇਜਰੀਵਾਲ ਦੀ ਸਰਕਾਰ ਨੇ ਜਿਹੜੇ 7000 ਕਰੋੜ ਦਾ ਕਰਜ਼ਾ ਜਿਹੜਾ 40 ਦਿਨਾਂ 'ਚ ਲੈ ਲਿਆ। ਹੁਣ 40 ਦਿਨ ਦੇ
ਵਿੱਚ ਤੁਸੀਂ 7000 ਕਰੋੜ ਦਾ ਕਰਜ਼ਾ ਲੈਂਦੇ ਜਿਹਦੇ ਜਿਹੜੇ 5 ਸਾਲ ਦਾ ਪੀਰੀਅਡ ਹੈ, ਜੇ ਤੁਸੀਂ ਇਸ ਐਵਰੇਜ ਨਾਲ ਚੱਲਦੇ ਜੀ ਤਾਂ 3.5 ਲੱਖ ਕਰੋੜ ਬਣਦਾ। ਤੇ ਜਿਹੜਾ 7000 ਕਰੋੜ ਦਾ ਕਰਜ਼ਾ ਲਿਆ ਉਹਦੇ ਨਾਲ ਕੀਤਾ ਵੀ ਕੱਖ ਨਹੀਂ। ਕੋਈ ਨਜ਼ਰ ਆਇਆ ਕਿਤੇ ਪ੍ਰੋਜੈਕਟ ਨਜ਼ਰ ਆਇਆ, ਕਿਸੇ ਕੰਮ ਤੇ ਖਰਚ ਕੀਤਾ ਨਜ਼ਰ ਆਇਆ? ਤੇ ਜੇ ਸਰਕਾਰੀ ਤਨਖਾਹਾਂ ਵੀ ਤੁਸੀਂ ਕਰਜ਼ਾ ਚੁੱਕ ਕੇ ਦੇਣੀਆਂ ਆ, ਰੋਜ਼ਮर्रा ਦੇ ਕੰਮ ਵੀ ਕਰਜ਼ਾ ਚੁੱਕ ਕੇ ਕਰਨੇ ਆ, ਤੇ ਫਿਰ ਇਹੋ ਜਿਹੀ ਸਰਕਾਰ ਦੇ ਨਾਲੋਂ ਲੋਕਾਂ ਅੱਗੇ ਹੱਥ ਕਿਉਂ ਨਹੀਂ ਖੜੇ ਕਰ ਦਿੰਦੇ ਵੀ ਸਾਡੇ ਕੋਲ ਨਹੀਂ ਚੱਲਦੀ ਜੀ। ਹੁਣ ਘਰ ਵੀ ਸੰਭਾਲਣਾ ਪੈਂਦਾ। ਜਿਹੜਾ ਲਾਣੇਦਾਰ ਹੁੰਦਾ, ਜਿਹਦੇ ਕੋਲ ਘਰ ਦੀ ਚਾਬੀ ਹੁੰਦੀ ਆ, ਜਿਹਦੇ ਕੋਲ ਮੁਖਤਿਆਰੀ ਹੁੰਦੀ ਆ, ਜ਼ਿੰਮੇਵਾਰੀ ਤੇ ਉਹਦੀ ਹੈ ਨਾ। ਹੁਣ ਜੇ ਮੈਨੂੰ ਤੁਸੀਂ ਘਰ ਦੇ ਲਾਣੇਦਾਰ ਜੇ, ਮੈਨੂੰ ਲੋੜ ਹੈ, ਮੈਂ ਤਾਂ ਤੁਹਾਡੇ ਕੋਲ ਮੰਗਣੇ ਆ। ਹਾਂਜੀ, ਤੇ ਜੇ ਲਾਣੇਦਾਰ ਕਿਤੋਂ ਲਿਆ ਹੀ ਨਹੀਂ ਸਕਦਾ, ਪੈਦਾ ਨਹੀਂ ਕਰ ਸਕਦਾ, ਉਹਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਫਿਰ ਕਰਦੇ ਕੀ ਜੇ? ਫਿਰ ਕਿਉਂ ਲੋਕਾਂ ਨੇ ਝੂਠ ਬੋਲਿਆ ਮਾਫੀ ਮੰਗ ਲਓ ਕਿ ਅਸੀਂ ਭਾਈ ਅਸੀਂ ਕੁਛ ਨਹੀਂ ਜੇ ਕਰ ਸਕਦੇ, ਸਰਕਾਰ ਚਲਾਵਾਂਗੇ, ਜੋ ਸਾਡੇ ਕੋਲੋਂ ਹੋਊਗਾ ਅਸੀਂ ਮਾਫੀ ਮੰਗਦੇ ਕਿ ਅਸੀਂ ਤਾਂ ਸਿਰਫ ਠੱਗੀ ਮਾਰਨੀ, ਠੱਗੀ ਮਾਰ ਲਈ, ਸਬਜ਼ ਬਾਗ ਵਿਖਾਉਣੇ ਵਿਖਾਤੇ, ਤੁਹਾਂ ਵੋਟਾਂ ਪਾਤੀਆਂ, ਅਸੀਂ ਸਰਕਾਰ ਬਣਾ ਲਈ, 90 ਤੁਸੀਂ ਸਾਡੇ ਐਮਐਲਏ 92 ਸਾਡੇ ਤੁਸੀਂ ਐਮਐਲਏ ਬਣਾਤੇ ਆ, ਤੇ ਹੁਣ ਜਿਹੜਾ ਆ ਸਾਨੂੰ ਹੁਣ ਜਿਹੜਾ ਆ ਵੀ ਇਸ ਗੱਲ ਦੀ ਮਾਫੀ ਦਿਓ ਕਿ ਅਸੀਂ ਸਰਕਾਰ ਚਲਾਉਣ 'ਚ ਫੇਲ ਹੋਏ। ਬਲਟੋਹਾ ਸਾਹਿਬ, ਤੁਸੀਂ ਮਾਫੀ ਦੀ ਗੱਲ ਕੀਤੀ ਆ। ਜੇ ਅਕਾਲੀ ਦਲ ਦੀ ਗੱਲ ਕਰੀਏ, ਲੋਕਾਂ ਦੀ ਅਸਲ ਨਬਜ਼ ਫੜਨ ਦੀ, ਅਸੀਂ ਮਾਲਵੇ 'ਚ ਬੜੇ ਲੋਕ ਬਜ਼ੁਰਗ ਕਹਿੰਦੇ ਆ ਸੱਥਾਂ ਦੇ ਵਿੱਚ ਬੈਠੇ, ਕਹਿੰਦੇ ਜੇ ਅਕਾਲੀ ਦਲ ਹੀ ਮਾਫੀ ਮੰਗ ਲਿਆ ਆਪਦੇ ਕੀਤੇ ਕੰਮਾਂ ਦੀ, ਲੋਕ ਫੇਰ ਹੱਥਾਂ ਤੇ ਚੱਕ ਲੈਣਗੇ। ਇਸ ਚੀਜ਼ ਵੱਲ ਧਿਆਨ ਮਾਰਿਆ ਕਦੇ? ਕਿਤੇ ਪਾਰਟੀ ਨੇ ਮੰਥਨ ਕੀਤਾਗਾ? ਹਾਲਾਂਕਿ ਮੀਟਿੰਗਾਂ, ਤਸਵੀਰਾਂ ਸਾਹਮਣੇ ਆਉਂਦੀਆਂ ਗਈਆਂ, ਬਾਦਲ ਪਿੰਡ ਤੋਂ ਵੀ ਤਸਵੀਰਾਂ ਸਾਹਮਣੇ ਆਉਂਦੀਆਂ, ਵੱਡੇ ਲੀਡਰ ਇਕੱਠੇ ਹੁੰਦੇ ਆ, ਤੁਸੀਂ ਵੀ ਜਾਣਦੇ ਹੋ ਇਲੈਕਸ਼ਨ ਰਿਜ਼ਲਟ ਤੋਂ ਬਾਅਦ। ਇਸ ਨੂੰ ਲੈ ਕੇ ਚਰਚਾ ਹੋਈ ਆ? ਦੇਖੋ, ਮੈਂ ਰਤਨ ਕੀ ਬੇਨਤੀ ਕਰਾਂ, ਮੈਂ ਇਸ ਗੱਲ ਨੂੰ ਰੂਹ ਤੋਂ ਸਵੀਕਾਰ ਕਰਦਾ ਹਾਂ ਕਿ ਅਕਾਲੀ ਸਰਕਾਰ ਸਮੇਂ ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਜੀ, ਕੁਝ ਕਮੀਆਂ ਰਹੀਆਂ ਨੇ। ਹਾਂ, ਔਰ ਜਿਹੜੀਆਂ ਗਲਤੀਆਂ ਨੇ ਜੇ ਲੋਕ ਮਹਿਸੂਸ ਕਰਦੇ ਆ, ਹੁਣ ਮੈਂ ਜਿਹੜੀ ਸਭ ਤੋਂ ਵੱਡੀ ਗਲਤੀ ਮੰਨਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੋਂ ਜਿਹੜੀ ਕਿ ਆਸ ਨਹੀਂ ਸੀ ਕੀਤੀ ਜਾ ਸਕਦੀ, ਸਮੇਧ ਸੈਣੀ ਵਰਗੇ ਨੂੰ ਡੀਜੀਪੀ ਲੈਣਾ ਸਭ ਤੋਂ ਵੱਡੀ ਗਲਤੀ ਹੈ। ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ। ਸਭ ਤੋਂ ਵੱਡੀ ਗਲਤੀ, ਸਭ ਤੋਂ ਵੱਡੀ। ਮੈਂ ਤਾਂ ਜਿਸ ਦਿਨ ਉਹਦੇ ਆਰਡਰ ਕੀਤੇ ਸੀ, ਮੈਂ ਤਾਂ ਉਸ ਦਿਨ ਹੀ ਕਹਿਤਾ ਸੀਗਾ, ਉਸ ਤੋਂ ਬਾਅਦ ਵੀ ਕਹਿੰਦਾ ਰਿਹਾ, ਹੁਣ ਮੈਂ ਸੁਖਬੀਰ ਜੀ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਸੁਖਬੀਰ ਜੀ ਕਿਤੇ ਤੁਸੀਂ ਉਦੋਂ ਹੀ ਮੰਨ ਲੈਂਦੇ। ਉਹ ਕਹਿੰਦੇ ਯਾਰ ਉਦੋਂ ਮਤਲਬ ਹੁਣ ਸਾਨੂੰ ਵੀ ਤੇਰੀ ਗੱਲ ਸੱਚੀ ਜਾਪਦੀ ਹੈ, ਹਾਂਜੀ ਤੂੰ ਸੱਚ ਕਿਹਾ ਸੀਗਾ, ਇਸ ਗੱਲ ਨੂੰ ਕਿਉਂ ਨਹੀਂ ਉਦੋਂ ਅਸੀਂ ਸਮਝ ਸਕੇ, ਇਸ ਗੱਲ ਨੂੰ ਸਵੀਕਾਰ ਕਰਦੇ ਆ। ਇਸ ਕਰਕੇ ਜਿਹੜੀਆਂ ਗਲਤੀਆਂ ਹੋਈਆਂ ਉਹ ਸਵੀਕਾਰ ਕਰਨੀਆਂ ਚਾਹੀਦੀਆਂ, ਔਰ ਪਾਰਟੀ ਖੁੱਲ੍ਹ ਕੇ ਸਵੀਕਾਰ ਕਰੂਗੀ। ਪਾਰਟੀ ਕਦੀ ਇਸ ਗੱਲ ਤੋਂ ਭੱਜੀ ਨਹੀਂ ਕਿ ਸਾਡੇ ਕੋਲ ਗਲਤੀਆਂ ਨਹੀਂ ਹੋਈਆਂ। ਗਲਤੀਆਂ ਘਰ ਚਲਾਉਂਦੇ ਵੀ ਹੋ ਜਾਂਦੀਆਂ ਨੇ, ਗਲਤੀਆਂ ਜਾਂ ਜਿਹੜੇ ਗਲਤ ਫੈਸਲੇ ਜਿਹੜੇ ਨੇ ਘਰ ਚਲਾਉਂਦੇ ਵੀ ਹੋ ਜਾਂਦੇ ਨੇ। ਹਾਂਜੀ, ਕਈ ਵਾਰ ਤੁਸੀਂ ਕੋਈ ਸੌਦਾ ਹੀ ਕਰਦੇ ਜੀ, ਸੌਦਾ ਤੁਸੀਂ ਬਿਹਤਰੀ ਵਾਸਤੇ ਕਰਦੇ ਜੀ, ਘਰ ਦੇ ਭਲੇ ਵਾਸਤੇ ਕਰਦੇ ਜੀ, ਉਹ ਸੌਦਾ ਹੀ ਮਹਿੰਗਾ ਪੈ ਜਾਂਦਾ, ਉਹਦੇ ਵਿੱਚ ਤੁਸੀਂ ਥੱਲੇ ਲੱਗ ਜਾਂਦੇ ਜੀ। ਇਹਦਾ ਮਤਲਬ ਇਹ ਤਾਂ ਨਹੀਂ ਕਿ ਸੌਦਾ ਕਰਨ ਵਾਲੇ ਦੀ ਮਨਸ਼ਾ ਮਾੜੀ ਹੋ ਗਈ। ਹਾਂ, ਡੀਜੀਪੀ ਜਿਹੜਾ ਆ ਸੈਣੀ ਵਰਗਾ ਲੱਗਣਾ, ਇਹ ਆਪਣੇ ਆਪ 'ਚ ਹੀ ਉਹ ਵੀ ਅਕਾਲੀ ਦਲ ਵੱਲੋਂ ਲਾਉਣਾ। ਜਿਹੜੀ ਪੰਥਕ ਪਾਰਟੀ ਹੈ, ਜਿਹੜੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਿਰਜਿਤ ਕੀਤੀ ਗਈ ਹੈ, ਉਹਦੇ ਵੱਲੋਂ ਜਿਹੜਾ ਇਹ ਸਿੱਖ ਮਾਨਸਿਕਤਾ ਸਵੀਕਾਰ ਨਹੀਂ ਕਰ ਸਕਦੀ, ਔਰ ਕੀਤਾ ਵੀ ਨਹੀਂ। ਸਾਨੂੰ ਉਸ ਗੱਲ ਨੂੰ ਸਵੀਕਾਰ ਕਰਨਾ। ਮੁੱਖ ਮੰਤਰੀ ਤੇ ਗ੍ਰਹਿ ਮੰਤਰੀ, ਗ੍ਰਹਿ ਵਿਭਾਗ ਉਦੋਂ ਸੁਖਬੀਰ ਸਿੰਘ ਬਾਦਲ ਕੋਲੇ ਸੀ, ਡਿਪਟੀ ਮੁੱਖ ਮੰਤਰੀ ਕੋਲੇ, ਕੀ ਡੀਜੀਪੀ ਸਾਹਿਬ ਇਹਨਾਂ ਤੋਂ ਵੀ ਬਾਹਰ ਚੱਲਦੇ ਸੀ? ਨਹੀਂ, ਡੀਜੀਪੀ ਸਾਹਿਬ ਇਹਨਾਂ ਤੋਂ ਬਾਹਰ ਭਾਵੇਂ ਨਾਮ ਹੀ ਚੱਲਦੇ ਹੋ, ਪਰ ਜੇ ਜਿਸ ਤਰ੍ਹਾਂ ਦਾ ਠੱਪਾ ਸਮੇਧ ਸੈਣੀ ਤੇ ਲੱਗਾ ਸੀ ਉਹਦੀਆਂ ਕਰਤੂਤਾਂ ਕਰਕੇ, ਸਿੱਖਾਂ ਦੇ ਵਿੱਚ ਜਿਹੜੀ ਉਹਦੀ ਇੱਕ ਇਮੇਜ ਬਣ ਗਈ ਸੀਗੀ ਕਿ ਇਹ ਐਂਟੀ ਸਿੱਖ ਹੈ, ਇਹਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਹੈ, ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤੇ ਨੇ, ਇਹਨੇ ਵਰਦੀ ਦੇ ਵਿੱਚ ਕਰੂਰਤਾ ਦਿਖਾਈ ਹੈ, ਇਹਨੇ ਵਰਦੀ ਪਾ ਕੇ ਜਿਹੜਾ ਆ ਸਿੱਖ ਨੌਜਵਾਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਆ, ਇਹਨੇ ਜ਼ਬਰ ਕੀਤਾ, ਇਹਨੇ ਕਹਿਰ ਕੀਤਾ ਆ, ਹਾਂਜੀ ਬੁੱਚੜਪੁਣਾ ਕੀਤਾ ਆ। ਤੇ ਜਦੋਂ ਸਿੱਖ ਮਾਨਸਿਕਤਾ ਤੇ ਇਹ ਹੋਵੇ ਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਵੱਲੋਂ, ਉਹਦੀ ਸਰਕਾਰ ਵੱਲੋਂ ਉਹਨੂੰ ਡੀਜੀਪੀ ਲਾ ਦਿੱਤਾ ਜਾਵੇ, ਫਿਰ ਸਿੱਖ ਤੇ ਗੁੱਸਾ ਕਰਨਗੇ, ਕੀ ਕਰਨਗੇ? ਬਲਟੋਹਾ ਸਾਹਿਬ, ਮਾਝੇ ਦੀ ਰਾਜਨੀਤੀ ਕੀ ਕਹਿੰਦੀ ਹੈ ਅਕਾਲੀ ਦਲ ਦੀ? ਕਿੱਥੇ ਘਾਟ ਰਹੇਗੀ? ਬੜੇ ਲੋਕ ਕਹਿ ਰਹੇ ਸੀ ਵੀ ਨਹੀਂ, ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਵਿੱਚ ਮਾਝੇ ਦੇ ਜਰਨੈਲ ਆ, ਸਾਂਭ ਲਿਆ ਮੋਰਚਾ, ਫਤਿਹ ਵੀ ਕਰ ਜਾਣਾਗਾ, ਬਹੁਤ ਗਿਣਤੀ ਸੀਟਾਂ ਅਕਾਲੀ ਦਲ ਨੂੰ ਮਾਝੇ 'ਚ ਆਉਣੀਆਂ, ਪਰ ਨਹੀਂ, ਇੱਕ ਸੀਟ ਹੀ ਆਈ। ਦੇਖੋ, ਕਦੇ ਸੋਚਿਆ ਨਹੀਂ ਸੀਗਾ, ਇਹਨੂੰ ਕਹਿ ਦਈਏ ਵੀ
ਇੱਕ ਹਨੇਰੀ ਇਹੋ ਜਿਹੀ ਬਣ ਜੂਗੀ ਜੀ ਕਿ ਜਿਹਦੇ ਵਿੱਚ ਮਾਝੇ 'ਚ ਵੀ ਇੱਕ ਅੰਡਰ ਕਰੰਟ ਚੱਲ ਕੇ ਜਿਹੜਾ ਇੱਥੇ ਅਕਾਲੀ ਦਲ ਨੂੰ ਏਡੀ ਵੱਡੀ ਢਾਹ ਲੱਗੂਗੀ। ਪਰ ਜੇ ਤੁਸੀਂ ਲਗਭਗ ਸਾਰੀਆਂ ਪਿੰਡੂ ਸੀਟਾਂ ਦੇਖੋ, ਜੇ ਸਾਡੇ ਅੰਮ੍ਰਿਤਸਰ ਸ਼ਹਿਰ ਦੀਆਂ 5 ਸੀਟਾਂ ਨੇ, 5 ਸੀਟਾਂ 'ਚੋਂ ਜੇ ਦੂਜੇ ਨੰਬਰ ਤੇ 3 ਸੀਟਾਂ ਤੇ ਅਕਾਲੀ ਦਲ ਹੈ। ਹਾਂ, ਜਿੰਨੀਆਂ ਪਿੰਡੂ ਸੀਟਾਂ ਨੇ ਸਾਰੀਆਂ ਦੇ ਬਹੁਤ ਘੱਟ ਮਾਰਜਨ ਤੇ ਅਕਾਲੀ ਦਲ ਜਿਹੜਾ ਆ ਪਿੱਛੇ ਰਿਹਾ ਹੈ। ਜੇ 2 ਨੰਬਰ ਤੇ ਅਕਾਲੀ ਦਲ ਹੀ ਹੈ। ਤੇ ਹੁਣ ਰਹਿ ਗਈ ਗੱਲ ਜਿਹੜੀ ਹੈ, ਕਿਉਂਕਿ ਲੋਕਾਂ ਦੇ ਵਿੱਚ ਇੱਕ ਬਦਲਾਅ ਨੂੰ ਲੈ ਕੇ, ਕਿਉਂਕਿ ਸਬਜ਼ ਬਾਗ ਹੀ ਇਹਨੇ ਵਿਖਾ ਦਿੱਤੇ। ਹੁਣ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਕਹਿੰਦੇ ਕਿ ਅਸੀਂ ਸਮਝਦਾਰ ਬੜੇ ਹਾਂ, ਅਸੀਂ ਸਿਆਣੇ ਬੜੇ ਹਾਂ, ਅਸੀਂ ਸੋਚ ਸਮਝ ਕੇ ਫੈਸਲਾ ਲੈਂਦੇ ਹਾਂ। ਸਾਨੂੰ ਮਾੜੇ ਚੰਗੇ ਦੀ ਪਛਾਣ ਹੈ, ਪਛਾਣ ਤੇ ਆਪਾਂ ਨੂੰ ਆਈ ਨਹੀਂ। 5 ਸਾਲ ਪਹਿਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ, ਸ਼ਰੇਆਮ ਝੂਠ ਬੋਲਦਾ ਸੀਗਾ, ਕਹਿੰਦਾ ਸੀਗਾ ਕਿ ਮੈਂ ਸਮੁੱਚੀ ਕਿਸਾਨੀ ਦੇ ਹਰ ਤਰ੍ਹਾਂ ਦੇ ਕਰਜ਼ੇ ਮਾਫ ਕਰ ਦੂੰ, ਹਰ ਇੱਕ ਘਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇ ਦੂੰ, ਬੱਚਿਆਂ ਨੂੰ ਬੱਚੀਆਂ ਜਿਨ੍ਹਾਂ ਨੇ ਪੰਜਾਬ ਦੇ ਸਾਰਿਆਂ ਨੂੰ ਸਮਾਰਟਫੋਨ ਦੇ ਦੂੰ। ਦੁਨੀਆ ਭਰ ਦੇ ਵਾਅਦੇ ਕੀਤੇ ਸੀਗੇ ਤੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾ ਕੇ ਵੀ ਵਾਅਦੇ ਕੀਤੇ ਸੀ ਤੇ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ। ਤੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਕੀਤਾ ਔਰ ਕਾਂਗਰਸ ਪਾਰਟੀ ਨੇ ਘਰ ਘਰ ਜਾ ਕੇ ਫਾਰਮ ਭਰੇ ਸੀ, ਇੱਕ ਤਰ੍ਹਾਂ ਦਾ ਜਿਵੇਂ ਕੋਈ ਐਫੀਡੇਵਿਟ ਕਰੀਦਾ ਕਿਸੇ ਦੇ ਨਾਲ। ਹਾਂਜੀ, ਇਸ ਤਰ੍ਹਾਂ ਦੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਲਿਖਤੀ ਇਕਰਾਰਨਾਮਾ ਕੀਤਾ ਸੀ। ਲੋਕਾਂ ਨੇ ਕਿਹਾ ਵੀ ਯਾਰ ਇਹ ਤੇ ਗੱਲ ਹੀ ਬੜੀ ਵਧੀਆ ਹੈ, ਸਾਨੂੰ ਤਾਂ ਲਿਖ ਕੇ ਦੇਤਾ। ਜਿਹੜਾ ਕੋਈ ਫਾਰਮ ਭਰਦਾ ਸੀ ਉਹਨੂੰ ਵਾਪਸ ਜਵਾਬ ਆਉਂਦਾ ਸੀਗਾ ਮੋਬਾਈਲ ਤੇ ਕਿ ਤੇਰਾ ਫਾਰਮ ਜਮ੍ਹਾਂ ਹੋ ਗਿਆ ਆ ਤੇ ਸਰਕਾਰ ਬਣ ਤੇ ਤੇਰਾ ਕਰਜ਼ਾ ਮਾਫ ਕਰਾਂਗੇ, ਤੇਰਾ ਫਾਰਮ ਜਮ੍ਹਾਂ ਹੋ ਗਿਆ ਤੈਨੂੰ ਨੌਕਰੀ ਦਿੱਤੀ ਜਾਊਗੀ, ਤੇਰਾ ਫਾਰਮ ਜਮ੍ਹਾਂ ਹੋ ਗਿਆ ਤੈਨੂੰ ਸਮਾਰਟਫੋਨ ਦਿੱਤਾ ਜਾਊਗਾ। ਲੋਕੀ ਉਸ ਝਾਂਸੇ 'ਚ ਆ ਗਏ। ਭਾਵੇਂ ਸਾਡੇ ਵਰਗੇ ਉਦੋਂ ਕਹਿੰਦੇ ਸੀ ਭਾਈ ਇਹਨੇ ਕੱਖ ਨਹੀਂ ਜੇ ਕਰਨਾ, ਕੱਖ ਨਹੀਂ ਜੇ ਕਰਨਾ, ਝੂਠ ਜੇ, ਪਰ ਲੋਕਾਂ ਨੇ ਵਿਸ਼ਵਾਸ ਕੀਤਾ। 80 ਐਮਐਲਏ ਬਣਾਏ। ਪਰ ਲੋਕ ਤਾਂ ਹੁਣ ਵੀ ਕਹਿੰਦੇ ਆ, ਲੋਕ ਕਹਿੰਦੇ ਆ ਵੀ ਅਸੀਂ ਤਾਂ ਹੁਣ ਵੀ ਬਹੁਤ ਚੀਜ਼ ਵਧੀਆ ਕੀਤੀ, ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਾਈ, ਅਸੀਂ ਜਿਹੜੇ ਵੱਡੇ ਚਿਹਰੇ ਸੀ ਉਹਨਾਂ ਨੂੰ ਹਰਾਇਆ ਹੈਗਾ। ਤੁਹਾਨੂੰ ਲੱਗਦਾ ਹੈਗਾ ਵੀ ਅਕਾਲੀ ਦਲ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਪ੍ਰਧਾਨ ਨੂੰ ਲੈ ਕੇ ਜਾਂ ਇੱਕ ਪਰਿਵਾਰ ਨੂੰ ਲੈ ਕੇ ਕੋਈ ਨਵਾਂ ਚਿਹਰਾ ਵੀ ਅੱਗੇ ਲੈ ਕੇ ਆਉਣਾ ਚਾਹੀਦਾ? ਇਸ ਨੂੰ ਲੈ ਕੇ ਮੰਥਨ ਹੋਇਆ ਪਾਰਟੀ ਦੇ ਵਿੱਚ? ਗੱਲ ਪਤਾ ਕੀ ਹੈ ਜੀ, ਤੁਸੀਂ ਕਹਿ ਦਿਓ ਕਿ ਮੈਂ ਫਲਾਣੇ ਦਾ ਨੁਕਸਾਨ ਕਰਤਾ, ਠੀਕ ਹੈ ਜੀ, ਜਾਂ ਫਲਾਣੇ ਨੂੰ ਮੈਂ ਸਬਕ ਸਿਖਾਤਾ, ਤੇ ਪੱਲੇ ਤੇ ਆਪਦੇ ਵੀ ਕੱਖ ਨਹੀਂ ਰਿਹਾ। ਹਾਂ, ਪੈਰੀਂ ਘਵਾੜਾ ਤੁਸੀਂ ਆਪਦੇ ਵੀ ਮਾਰ ਲਿਆ। ਜਾਂ ਤਾਂ ਹੈਗਾ ਨਾ ਵੀ ਤੁਸੀਂ ਫਲਾਣੇ ਨੂੰ ਸਬਕ ਸਿਖਾ ਕੇ ਜਾਂ ਫਲਾਣੇ ਨੂੰ ਹਰਾ ਕੇ ਤੇ ਤੁਹਾਡਾ ਫਾਇਦਾ ਹੋ ਗਿਆ ਆ। ਹਾਂਜੀ, ਅਸੀਂ ਇਹਨਾਂ ਨੂੰ ਲੀਹੋਂ ਲਾਤਾ ਆ ਜਾਂ ਇਹਨਾਂ ਨੂੰ ਅਸੀਂ ਪਾਸੇ ਕਰ ਦਿੱਤਾ ਹੈ, ਸੱਤਾ ਤੋਂ ਪਾਸੇ ਕਰਤਾ ਹੈ। ਪੰਜਾਬ ਦੀ ਆਪਾਂ ਕਹਿ ਲਈਏ ਕਿ ਬਾਗਡੋਰ ਇਹਨਾਂ ਦੇ ਹੱਥਾਂ 'ਚ ਨਹੀਂ ਦਿੱਤੀ, ਅਸੀਂ ਆਪਦੀ ਬਿਹਤਰੀ ਕਰ ਲਈ ਹੈ, ਫਿਰ ਤਾਂ ਗੱਲ ਹੋਊਗੀ। ਜੇ ਤੁਸੀਂ 5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਤੇ 6 ਮਹੀਨੇ ਸਾਲ ਬਾਅਦ ਚਾਂਗਰਾ ਮਾਰਨ ਲੱਗ ਪਏ ਸੀ ਜੀ, ਇਹਨਾਂ ਦੀ ਤੁਹਾਂ ਬੜੇ ਚਾਅ ਬਣਾਈ, ਉਹਦੇ 80 ਬਣਾਤੇ ਸੀ, ਇਹਦੇ 92 ਬਣਾਤੇ, ਉਦੋਂ ਵੱਧ ਬਣਾਤੇ। ਇੱਥੇ ਤੇ ਚਾਂਗਰਾ ਤੁਸੀਂ ਮਹੀਨੇ ਬਾਅਦ ਹੀ ਮਾਰਨ ਲੱਗ ਪਏ ਜੀ। ਹਾਂਜੀ, 1.5 ਮਹੀਨੇ ਬਾਅਦ ਤੁਸੀਂ ਤਾਂ ਮਾਰਨ ਲੱਗ ਪਏ ਜੀ। ਤੇ ਕਿਹਨੂੰ ਸਬਕ ਸਿਖਾਇਆ? ਤੁਹਾਡੇ ਪੱਲੇ ਕੀ ਪਿਆ? ਇਹ ਵੀ ਗੱਲ ਦੱਸ ਦਿਓ ਨਾ। ਸਭ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਮੈਨੂੰ ਕੋਈ ਦੱਸ ਦੇਵੇ ਕਿ ਬੰਬੀਆਂ ਦੇ ਬਿੱਲ ਮਾਫ ਕਰਨਾ ਕੋਈ ਛੋਟੀ ਜੀ ਗੱਲ ਹੈ? ਮਾਮਲਾ ਰਤਨ ਤੁਹਾਨੂੰ ਨਹੀਂ ਪਤਾ ਹੋਣਾ, ਮਾਮਲਾ ਕਿੱਡੀ ਭੈੜੀ ਬਲਾ ਹੁੰਦੀ ਸੀ। ਲੋਕਾਂ ਦੀਆਂ ਮਾਲ ਡੰਗਰ ਖੋਲ ਕੇ ਥਾਣਿਆਂ 'ਚ ਹਾਤੇ ਬਣੇ ਹੁੰਦੇ ਸੀ, ਉੱਥੇ ਲੈ ਜਾਂਦੇ, ਘਰ ਦੇ ਭਾਂਡੇ ਇਕੱਠੇ ਕਰਕੇ ਲੈ ਜਾਂਦੇ ਹੁੰਦੇ ਸੀ। ਕਈਆਂ ਕੋਲ ਮਾਮਲਾ ਨਹੀਂ ਸੀ ਤਰਦਾ ਹੁੰਦਾ। ਏਡੀ ਭੈੜੀ ਚੀਜ਼ ਸੀਗੀ। ਹਰ ਛਮਾਈ ਆਉਂਦਾ ਸੀਗਾ। 200 ਯੂਨਿਟ ਗਰੀਬ ਭਾਈਚਾਰੇ ਨੂੰ ਮਹੀਨੇ ਦਾ ਬਿਜਲੀ ਦਾ ਮਾਫ ਕੀਤਾ, ਜਿਹੜੀ ਪੂਰੇ ਹਿੰਦੁਸਤਾਨ 'ਚ ਸਭ ਤੋਂ ਪਹਿਲਾਂ ਜਿਹੜੀ ਆਟਾ ਦਾਲ ਸਕੀਮ ਸਭ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ। ਪੂਰੇ ਹਿੰਦੁਸਤਾਨ 'ਚ ਸਭ ਤੋਂ ਪਹਿਲਾਂ ਜਿਹੜੀ ਬੁਢਾਪਾ ਪੈਨਸ਼ਨ, ਅੰਗਹੀਨ ਪੈਨਸ਼ਨ, ਵਿਧਵਾ ਪੈਨਸ਼ਨ ਜਿਹੜੀ ਹੈ ਪੂਰੇ ਹਿੰਦੁਸਤਾਨ 'ਚ ਜਦੋਂ ਸਭ ਤੋਂ ਪਹਿਲਾਂ ਸਭ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ, ਸਭ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ। ਉਸ ਤੋਂ ਬਾਅਦ ਜਿਹੜੀਆਂ ਸਕੀਮਾਂ ਨੇ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂ ਕੇਂਦਰ ਸਰਕਾਰ ਨੇ ਅਪਣਾਈਆਂ। ਇਸ ਕਰਕੇ ਤੁਸੀਂ ਦੇਖੋ, ਆਪਾਂ ਕਿਸਾਨੀ ਵਾਲਾ ਆਪਣਾ ਸੂਬਾ ਹੈ, ਕਾਲੇ ਕਾਨੂੰਨ ਬਣੇ, ਆਪਾਂ ਸੰਘਰਸ਼ ਕੀਤਾ ਬੜੇ ਵੱਡੇ ਪੱਧਰ ਤੇ। ਉਹ 'ਚ ਖਦਸ਼ਾ ਕੀ ਸੀਗਾ ਕਿ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ। ਸਾਡਾ ਸਰਕਾਰੀ ਮੰਡੀਕਰਨ ਸਿਸਟਮ ਬੜਾ ਵਧੀਆ ਹੈ, ਔਰ ਇਹ 'ਚ ਹੈ ਵੀ ਕੋਈ ਦੁਰਾਵਾ ਨਹੀਂ ਗਿਆ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਜਿਹੜਾ ਆ ਪੂਰੇ ਹਿੰਦੁਸਤਾਨ 'ਚ ਬਿਹਤਰ ਨਹੀਂ ਗਿਆ, ਪੂਰੀ ਦੁਨੀਆ 'ਚੋਂ ਬਿਹਤਰ ਹੈ। ਪੂਰੀ ਦੁਨੀਆ 'ਚੋਂ, ਇਹ ਹੁਣ ਰਿਕਾਰਡ ਮੈਂ ਕਹਿ ਰਿਹਾ ਜੀ, ਪੂਰੀ ਦੁਨੀਆ 'ਚੋਂ ਸਾਡਾ ਜਿਹੜਾ ਸਰਕਾਰੀ ਮੰਡੀਕਰਨ ਸਿਸਟਮ ਹੈ
ਸਭ ਤੋਂ ਬਿਹਤਰ ਹੈ। ਇਹ ਦਿੱਤਾ ਕਿਹਨੇ? 90% ਮੰਡੀਆਂ ਜਿਹੜੀਆਂ ਪੰਜਾਬ ਦੀਆਂ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। 90% ਮੰਡੀਆਂ, ਹਾਂਜੀ, ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਪਰ ਲੋਕ ਤਾਂ ਇਹ ਵੀ ਕਹਿੰਦੇ ਆ, ਵਿਰੋਧੀ ਵੀ ਕਹਿੰਦੇ ਆ, ਉਹ ਕਹਿੰਦੇ ਵੀ ਜੇ ਬਹੁਤ ਕੁਝ ਦਿੱਤਾ ਗਾ, ਬਹੁਤ ਕੁਝ ਲਿਆ ਵੀ ਆ, ਤਾਂ ਕਰਕੇ ਹੀ ਲੋਕਾਂ ਦੇ ਮੂੰਹ ਤੋਂ ਲੈ ਗਏ। ਮੈਂ ਉਹੀ ਸਵਾਲ ਤੇ ਫੇਰ ਆਊਂਗਾ, ਚਿਹਰੇ ਨੂੰ ਲੈ ਕੇ ਕਿਤੇ ਨਾ ਕਿਤੇ, ਜਾਂ ਪ੍ਰਧਾਨ ਨੂੰ ਲੈ ਕੇ, ਪਾਰਟੀ ਦੀ ਜਿਹੜੀ ਨੁਮਾਇੰਦਗੀ ਆ ਉਸ ਨੂੰ ਲੈ ਕੇ ਪਾਰਟੀ ਨੇ ਮੰਥਨ ਕੀਤਾ ਗਾ, ਕੋਈ ਹੋਰ ਵਿਕਲਪ ਹੈ ਕਿ ਨਹੀਂ ਹਜੇ? ਦੇਖੋ, ਇਹ ਤਾਂ ਪਾਰਟੀ ਨੂੰ ਫੈਸਲਾ ਲੈਣਾ। ਹਾਂ, ਠੀਕ ਹੈ। ਇੱਕ 13 ਮੈਂਬਰੀ ਸਬ ਕਮੇਟੀ ਬਣੀ ਹੈ ਜੀ, ਜਿਹੜੀ ਵੱਖ-ਵੱਖ ਹਲਕਿਆਂ 'ਚ ਜਾ ਰਹੀ ਹੈ, ਵਰਕਰਾਂ ਨੂੰ ਮਿਲ ਰਹੀ ਹੈ, ਲੋਕਾਂ ਨੂੰ ਮਿਲ ਰਹੀ ਹੈ, ਲੋਕਾਂ ਕੋਲੋਂ ਪੁੱਛ ਰਹੀ ਹੈ ਜੀ, ਕਿ ਅਕਾਲੀ ਦਲ ਕੋਲ ਕੀ ਕਮੀ ਰਹੀ, ਕੀ ਕਰਨਾ ਚਾਹੀਦਾ, ਕੀ ਤੁਹਾਡੇ ਸੁਝਾਅ ਆ, ਕੀ ਤੁਹਾਡੇ ਵਿਚਾਰ ਹੈ। ਔਰ ਜਿਹੜਾ ਵੀ ਕੋਈ ਵਿਚਾਰ ਦਿੰਦਾ ਹੈ ਉਹਦਾ ਕੱਲੇ ਦਾ ਜਿਹੜਾ ਵਿਚਾਰ ਆ ਉਹ ਨੋਟ ਕੀਤੇ ਜਾ ਰਹੇ। ਉਸ ਕਮੇਟੀ ਦਾ ਮੈਂਬਰ ਮੈਂ ਵੀ ਹਾਂ। ਉਹਦੇ ਚੋਂ ਫਿਰ ਜਿਹੜਾ ਸਾਰਾ ਸਿੱਟਾ ਕੱਢਾਂਗੇ, ਉਹਦੇ ਚੋਂ ਜੋ ਕੀ ਕਹਿੰਦੇ ਹੁੰਦੇ ਮੱਖਣ ਨਿਕਲੂਗਾ ਉਹ ਰਿਪੋਰਟ ਬਣਾ ਕੇ ਪੇਸ਼ ਕਰਾਂਗੇ। ਪਰ ਜਿੱਥੋਂ ਤੱਕ ਮੇਰੀ ਜਾਤੀ ਰਾਏ ਪੁੱਛੋ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਾਨੂੰ ਮਾਣ ਹੈ। ਇਸ ਕਰਕੇ ਇਹ ਮਾਣ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਔਰ ਉਹਨਾਂ ਦੀ ਕਾਬਲੀਅਤ ਤੇ, ਉਹਨਾਂ ਦੇ ਵਿਜ਼ਨ ਤੇ, ਉਹਨਾਂ ਦੇ ਵਰਕਰਾਂ ਦੇ ਨਾਲ ਸਾਂਝ ਤੇ ਔਰ ਉਹਨਾਂ ਵੱਲੋਂ ਕੀਤੇ ਕੰਮਾਂ ਤੇ, ਚਾਹੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰ ਲਈਏ, ਕੋਈ ਕਸਰ ਨਹੀਂ ਛੱਡੀ। ਔਰ ਜੇ ਗੱਲ ਕਰ ਲਈਏ ਪੰਥਕ, ਜਿਹੜਾ ਆਮ ਕਰਕੇ ਕਿਹਾ ਜਾਂਦਾ ਜੀ ਅਕਾਲੀ ਦਲ ਪੰਥਕ ਏਜੰਡਾ ਛੱਡ ਗਿਆ ਜੀ, ਇਹਨਾਂ ਪੰਥ ਵਾਸਤੇ ਕੀਤਾ ਕੱਖ ਨਹੀਂ। ਰਤਨ, ਤੁਸੀਂ ਮੇਰੇ ਦਫ਼ਤਰ 'ਚ ਬੈਠੇ ਸੀ, ਉੱਥੇ ਫੋਟੋ ਦੇਖੀ ਜੀ ਸੰਤਾਂ, ਮੇਰੇ ਦਫ਼ਤਰ 'ਚ ਤਾਂ ਫੋਟੋ ਆ, ਕਿਸੇ ਦੇ ਘਰੇ ਵੀ ਫੋਟੋ ਨਾ ਹੋਵੇ, ਪਰ ਲੋਕੀ ਸੰਤਾਂ ਨੂੰ ਪਿਆਰ ਕਰਦੇ, ਲੋਕੀ ਸੰਤਾਂ ਦਾ ਸਤਿਕਾਰ ਕਰਦੇ, ਸੰਤਾਂ ਨੂੰ ਮਤਲਬ ਰੂਹ ਤੋਂ ਉਹਨਾਂ ਪ੍ਰਤੀ ਸ਼ਰਧਾ ਰੱਖਦੇ ਆ। ਤੇ ਸੰਤਾਂ ਦੀ ਕੁਰਬਾਨੀ ਜਿਹੜੀ ਲਾਮਿਸਾਲ ਇੱਕ ਤਰ੍ਹਾਂ ਦੀ, ਉਸ ਕੁਰਬਾਨੀ ਦੀ ਜੇ ਯਾਦਗਾਰ ਬਣੀ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਉਹ ਸ਼ਹੀਦ ਹੋਏ ਸੀ, ਉਹ ਜੇ ਬਣੀ ਹੈ ਤਾਂ ਸੁਖਬੀਰ ਸਿੰਘ ਬਾਦਲ ਕਰਕੇ ਬਣੀ ਹੈ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਔਰ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੂੰ ਬਾਬਾ ਹਰਨਾਮ ਸਿੰਘ ਧੁੰਮਾ ਵੀ ਕਹਿ ਦਿੰਦੇ ਆ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇਹ ਗੱਲ ਕੀਤੀ। ਸੁਖਬੀਰ ਸਿੰਘ ਬਾਦਲ ਹੋਰਾਂ ਕਿਹਾ ਜੀ ਬਣਨੀ ਚਾਹੀਦੀ ਹੈ। ਮੈਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣਾ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਸੀ ਉਸ ਸਮੇਂ ਦੇ, ਉਹਨਾਂ ਨੂੰ ਕਿਹਾ ਔਰ ਨਾਲ ਹੀ ਉਹਨਾਂ ਨੇ ਕਹਿ ਕੇ ਬਾਬਾ ਹਰਨਾਮ ਸਿੰਘ ਹੋਰਾਂ ਨੂੰ, ਦਮਦਮੀ ਟਕਸਾਲ ਨੂੰ ਹੀ ਉਹ ਕਾਰ ਸੇਵਾ ਵੀ ਦਿੱਤੀ। ਭਾਰਤੀ ਜਨਤਾ ਪਾਰਟੀ ਨੇ ਡਟ ਕੇ ਵਿਰੋਧ ਕੀਤਾ, ਕਾਂਗਰਸ ਪਾਰਟੀ ਨੇ ਡਟ ਕੇ ਵਿਰੋਧ ਕੀਤਾ, ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵਿਰੋਧ ਕੀਤਾ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਨੇ, ਸੁਨੀਲ ਜਾਖੜ ਨੇ ਡਟ ਕੇ ਵਿਰੋਧ ਕੀਤਾ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਨਾਮ ਲੈ ਰਹੇ ਹੋ, ਇਹਦੇ ਕਰਕੇ ਹੀ ਕਿਤੇ ਨਾ ਕਿਤੇ ਬਹੁਤ ਗਿਣਤੀ ਲੋਕ ਕਹਿੰਦੇ ਆ ਵੀ ਪ੍ਰਕਾਸ਼ ਸਿੰਘ ਬਾਦਲ ਤੇ ਖਾਸ ਕਰਕੇ ਜਿਹੜਾ ਆਈਡੀਆ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਪਾਸੇ ਹੋ ਗਿਆ, ਪੰਥ ਤੋਂ ਪਾਸੇ ਹੋ ਗਿਆ। ਹੁਣ ਅਕਾਲੀ ਦਲ ਨੂੰ ਇਹ ਸਮਝ ਆ ਚੁੱਕੀ ਆ ਵੀ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ, ਉਹਨਾਂ ਦੇ ਨਾਮ ਤੋਂ, ਪੰਥ ਦੇ ਨਾਮ ਤੋਂ ਅਸੀਂ ਪਾਸੇ ਨਹੀਂ ਜਾ ਸਕਦੇ। ਦੁਬਾਰਾ ਤੁਸੀਂ ਉਸ ਚੀਜ਼ ਨੂੰ ਲੈ ਕੇ ਆ ਰਹੇ ਹੋ, ਤੁਸੀਂ ਆਪਣੀ ਹੋਂਦ ਕਾਇਮ ਰੱਖਣੀ ਆ। ਕਿਤੇ ਨਾ ਕਿਤੇ ਤੁਸੀਂ ਇਹ ਮੰਨਦੇ ਹੋ ਵੀ ਅਸੀਂ ਲੀਹੋਂ ਲੈ ਗਏ ਸੀ, ਪਾਸੇ ਹੋ ਗਏ ਸੀ, ਇਸੇ ਲਈ ਸਾਡਾ ਕਿਤੇ ਨਾ ਕਿਤੇ ਲੋਕਾਂ ਨੇ 3 ਸੀਟਾਂ ਹੀ ਸਾਡੀ ਝੋਲੀ ਪਾਈਆਂ। ਰਤਨ, ਨਾ ਤੇ ਪੰਥ ਛੱਡਿਆ ਸੀ ਤੇ ਨਾ ਪੰਥਕ ਏਜੰਡਾ ਛੱਡਿਆ ਸੀਗਾ। ਗੱਲ ਸਿਰਫ ਇੰਨੀ ਹੈ ਕਿ ਇਹ 'ਚ ਕੋਈ ਡਰਾਵਾ ਨਹੀਂ ਕਿ ਪੰਥਕ ਪਾਰਟੀ ਤੋਂ ਲੋਕੀ ਛੋਟੀ ਤੋਂ ਛੋਟੀ ਗਲਤੀ ਦੀ ਵੀ ਜਿਹੜੀ ਪੰਥ ਵਿਰੋਧੀ ਹੋਵੇ ਉਹਦੀ ਆਸ ਨਹੀਂ ਰੱਖਦੇ। ਮੈਂ ਪਹਿਲੋਂ ਕਹਿਤਾ ਕਿ ਸਮੇਰ ਸਿੰਘ DGP ਸੈਣੀ ਨੂੰ ਲਾਉਣਾ ਇਹ ਬਹੁਤ ਵੱਡਾ ਗੁਨਾਹ ਸੀ, ਗਲਤੀ ਸੀ। ਪਰ ਜੇ ਅੱਜ ਉਹੀ ਸੁਮੇਧ ਸਿੰਘ ਇਹ ਬਿਆਨ ਦੇ ਦਿੰਦਾ ਵੀ ਜਿਹੜੀ ਗੋਲੀ ਚੱਲੀ ਆ ਉਹ ਮੁੱਖ ਮੰਤਰੀ ਦੇ ਆਰਡਰ ਤੇ ਚੱਲੀ ਆ, ਫਿਰ ਕਿੱਧਰ ਜਾਊ ਅਕਾਲੀ ਦਲ? ਦਈ ਜਾਵੇ, ਸਾਬਤ ਕਰੂਗਾ ਨਾ ਜੀ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਜਿਹਨੇ ਸਾਰੇ ਤੱਥਾਂ ਤੋਂ, ਪੱਖਾਂ ਤੋਂ ਘੋਖ ਕੀਤੀ ਹੈ। ਉਹ ਆਪਦੀ ਰਿਪੋਰਟ ਦੇ ਵਿੱਚ 50 ਨੰਬਰ ਪੇਜ ਤੇ ਦਰਜ ਕਰਦਾ ਆ ਕਿ ਇਹ ਤੱਥ ਸਾਹਮਣੇ ਆਏ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿੰਨਾ ਉੱਥੇ ਪ੍ਰਸ਼ਾਸਨ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਸੀ
ਇਹ ਜਿਹੜਾ ਧਰਨਾ ਆ ਜੇ ਰਜ਼ਾਮੰਦੀ ਨਾਲ ਚੁੱਕਿਆ ਜਾਂਦਾ ਤਾਂ ਚੁਕਾਇਆ ਜੀ। ਕਿਸੇ ਵੀ ਤਰ੍ਹਾਂ ਦੀ ਸਖਤੀ ਨਹੀਂ ਕਰਨੀ, ਧਰਨਾ ਭਾਵੇਂ ਚੱਲਦਾ ਰਹੇ। ਇਹ ਜਿਹੜਾ ਉਹ ਆਪਦੀ ਰਿਪੋਰਟ ਦੇ ਵਿੱਚ ਦਰਜ ਕਰਦੇ ਆ ਸਰਨਜੀਤ ਸਿੰਘ ਕਮਿਸ਼ਨ ਜਿਹੜਾ ਹੈ। ਉਸ ਤੋਂ ਇਲਾਵਾ ਜਿਸ ਤੱਕ ਗੋਲੀ ਦੀ ਗੱਲ ਆ ਜਾਂਦੀ ਹੈ ਵੀ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਗੋਲੀ ਨਹੀਂ ਚੱਲ ਸਕਦੀ, ਇਹ ਕਹਿੰਦੇ ਆ ਨਾ ਜੀ। ਗ੍ਰਹਿ ਮੰਤਰੀ ਦੇ ਹੁਕਮ ਤੋਂ ਬਿਨਾਂ ਗੋਲੀ ਨਹੀਂ ਚੱਲ ਸਕਦੀ। ਮੈਨੂੰ ਦੱਸਿਆ ਜੇ 2004 ਚ ਕਿਸਾਨ ਐਜੀਟੇਸ਼ਨ ਹੋਈ ਸੀਗੀ ਜੀ, ਕੈਪਟਨ ਅਮਰਿੰਦਰ ਸਿੰਘ ਨੇ ਬੰਬੀਆਂ ਦੇ ਬਿੱਲ ਲਾ ਦਿੱਤੇ ਸੀਗੇ ਤੇ ਕਿਸਾਨ ਕਹਿੰਦੇ ਸੀ ਅਸੀਂ ਨਹੀਂ ਤਾਰਨੇ। ਐਜੀਟੇਸ਼ਨ ਚੱਲੀ ਸਾਡੇ ਅੰਮ੍ਰਿਤਸਰ ਦੇ ਨਾਲ ਹੀ ਮਾਨਾਂਵਾਲਾ ਆ ਰੇਲਵੇ ਸਟੇਸ਼ਨ ਜੀ, ਉੱਥੇ ਧਰਨਾ ਲੱਗਾ, ਹਾਲਾਤ ਪ੍ਰਵੋਕ ਹੋ ਗਏ ਔਰ ਪੁਲਿਸ ਨੇ ਗੋਲੀ ਚਲਾਈ ਤੇ 2 ਕਿਸਾਨ ਸ਼ਹੀਦ ਹੋਏ। ਇੱਕ 30 ਸਾਲ ਦਾ ਨੌਜਵਾਨ ਕਿਸਾਨ ਸ਼ਹੀਦ ਹੋਇਆ, ਬਾਕੀਪੁਰ ਦਾ ਤਰਨਤਾਰਨ ਦੇ ਨਾਲ ਹੀ ਪਿੰਡ ਹੈ। ਤੁਹਾਡੇ ਉਧਰ ਸੰਗਰੂਰ ਦੇ ਵਿੱਚ ਟਰਾਈਡੈਂਟ ਨੂੰ ਲੈ ਕੇ 2006 ਦੇ ਵਿੱਚ ਐਜੀਟੇਸ਼ਨ ਚੱਲੀ ਜੀ, ਉੱਥੇ ਗੋਲੀ ਚੱਲੀ। ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤੇ ਚੱਲੀ ਸੀ? ਆ 29 ਤਰੀਕ ਨੂੰ ਐਸੇ ਨੂੰ 29 ਸੀਗੀ ਪਟਿਆਲੇ ਵਾਲੀ ਜੀ, ਪਟਿਆਲੇ ਦੇ ਵਿੱਚ ਇਨਸੀਡੈਂਟ ਹੋਇਆ, ਉੱਥੇ ਗੋਲੀ ਚੱਲੀ ਸੀ ਨਾ, ਅਸਾਲਟਾਂ ਵੀ ਚੱਲੀਆਂ ਸੀ ਨਾ, ਪਿਸਤੌਲ ਦੇ ਨਾਲ ਐਂ ਕਰਕੇ ਗੋਲੀਆਂ ਚੱਲਣ ਡੀਆਂ ਨਾ। ਕਿ ਉਹ ਭਗਵੰਤ ਮਾਨ ਦੇ ਹੁਕਮ ਤੇ ਚੱਲੀ ਸੀ? ਤੇ ਜੇ ਤੇ ਪਟਿਆਲੇ ਵਾਲੀ ਮਾਨਾਂਵਾਲਾ ਵਾਲੀ ਤੇ ਟਰਾਈਡੈਂਟ ਵਾਲੀ ਜਿਹੜੀ ਗੋਲੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੇ ਹੁਕਮ ਤੇ ਚੱਲੀ ਹੈ, ਇਹਨਾਂ ਨੇ ਹੁਕਮ ਦਿੱਤੇ ਹੈ ਜੀ, ਤੇ ਗੋਲੀ ਚੱਲੀ ਹੈ, ਤੇ ਫਿਰ ਤੁਸੀਂ ਉਹ ਵੀ ਗਿਣ ਲਓ ਤੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਹੋਣਗੇ। ਤੇ ਜੇ ਇਹ ਮੁੱਖ ਮੰਤਰੀਆਂ ਦੇ ਹੁਕਮਾਂ ਤੋਂ ਬਿਨਾਂ ਚੱਲੀਆਂ ਨੇ ਤੇ ਫਿਰ ਤੁਸੀਂ ਉਹਦੇ ਬਾਰੇ ਕਿਵੇਂ ਕਹਿ ਸਕਦੇ ਜੀ? ਇਸ ਕਰਕੇ ਜਿਹੜੀਆਂ ਨੇ ਗੰਦੀ ਸਿਆਸਤ ਹੋ ਗਈ ਪੰਜਾਬ ਦੀ, ਜਿਹਨੇ ਪੰਜਾਬ ਨੂੰ ਤਬਾਹੀ ਵਾਲੇ ਪਾਸੇ ਨੂੰ ਲੈ ਕੇ ਕਿ ਏਡੇ ਵੱਡੇ ਪੱਧਰ ਤੇ ਝੂਠ ਬੋਲਿਆ ਜਾਂਦਾ ਹੈ, ਗੁੰਮਰਾਹਕੁਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਹਨੇ ਪੰਜਾਬ ਦੀ ਸਿਆਸਤ ਨੂੰ ਗੰਦਿਆ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀ ਸਿਆਸਤ ਵਿੱਚ ਕੋਈ ਡਰਾਮਾ ਨਹੀਂ ਕਿ ਕੋਈ ਵੀ ਸਿਆਸੀ ਵਿਅਕਤੀ ਹੈ ਉਹਦਾ ਵੀ ਆਪਣਾ ਇੱਕ ਕਿਰਦਾਰ ਹੋਣਾ ਚਾਹੀਦਾ, ਉਹਦਾ ਵੀ ਲੋਕਾਂ ਦੇ ਵਿੱਚ ਪਹੁੰਚ ਹੋਣੀ ਚਾਹੀਦੀ ਆ, ਲੋਕਾਂ ਦੇ ਉਹਨੂੰ ਕੰਮ ਕਰਨੇ ਚਾਹੀਦੇ ਆ, ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਆ, ਲੋਕਾਂ ਦੇ ਮਸਲੇ ਉਠਾਉਣੇ ਚਾਹੀਦੇ, ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ। ਪਰ ਯਾਰ ਤੁਸੀਂ ਸਿਆਸੀ ਬੰਦਿਆਂ ਨੂੰ ਇਹੀ ਕਹਿੰਦੇ ਸੀ ਕਿ ਸਿਆਸੀ ਬੰਦਿਆਂ ਨੂੰ ਸਵਾਲ ਕਰੋ ਜੀ। ਸਵਾਲ ਕਰਨਾ ਤੁਹਾਡਾ ਹੱਕ ਹੈ ਜੀ। ਅੱਜ ਸਵਾਲਾਂ ਤੋਂ ਕਿਉਂ ਭੱਜਦੇ? ਅਜੇ ਤਾਂ ਮਹੀਨਾ ਹੀ ਹੋਇਆ। ਕਿਉਂ ਅੱਜ ਜਿਹੜਾ ਭਗਵੰਤ ਮਾਨ ਹੈ ਇੱਕ ਕਮਰੇ 'ਚ ਬਹਿ ਕੇ ਉੱਥੋਂ ਹੀ ਆਪਣਾ ਜਿਹੜਾ ਭਾਸ਼ਣ ਦੇ ਦਿੰਦਾ ਆ, ਕਿਉਂ ਨਹੀਂ ਮੀਡੀਆ ਦਾ ਸਾਹਮਣਾ ਕਰਦਾ? ਹਾਂਜੀ, ਇਸ ਕਰਕੇ ਜਿਹੜੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ। ਚਲੋ ਇਹਨਾਂ ਸਾਡੀਆਂ ਸਿਕਿਉਰਟੀਆਂ ਵਾਪਸ ਲੈ ਲਈਆਂ, ਨਾਲ ਤਾਂ ਸਾਨੂੰ ਸਿਕਿਉਰਟੀਆਂ ਦੀ ਜ਼ਰੂਰਤ ਸੀਗੀ, ਠੀਕ ਹੈ। ਇਹ ਕਹਿੰਦੇ ਸਿਕਿਉਰਟੀਆਂ ਤੋਂ ਬਿਨਾਂ ਜਾ ਕੇ ਲੋਕਾਂ ਦੇ ਵਿੱਚ ਵੇਖੋ, ਅਸੀਂ ਤਾਂ ਰੋਜ਼ ਲੋਕਾਂ 'ਚ ਰਹਿੰਦੇ, ਪਹਿਲੋਂ ਵੀ ਰਹਿੰਦੇ, ਹੁਣ ਵੀ ਰਹਿੰਦੇ, ਰੋਜ਼ਾਨਾ ਹੀ ਰਹਿੰਦੇ। ਹਾਂਜੀ, ਕਿਹੜਾ ਕ੍ਰਾਈਟੀਰੀਆ ਇਹਨਾਂ ਦਾ? ਹੁਣ ਤੁਸੀਂ ਦੱਸੋ, ਭਗਵੰਤ ਮਾਨ ਦੀ ਮਾਂ ਵੀ ਚੁੱਕੀ ਫਿਰੇ, ਭੈਣ ਵੀ ਚੁੱਕੀ ਫਿਰੇ, ਉਹਨਾਂ ਨੂੰ ਡਾਕੂ ਕਹਿੰਦੇ? ਤੇ ਬਾਕੀਆਂ ਦੇ ਤੁਸੀਂ ਜਿਹੜੇ ਹੈਗੇ ਆ, ਜਿਹੜੇ ਰੋਜ਼ ਹੀ ਗੈਂਗਸਟਰਾਂ ਦੇ ਵਿਰੁੱਧ ਬੋਲਦੇ ਆ, ਜਿਹੜੇ ਬੈਡ ਐਲੀਮੈਂਟਸ ਦੇ ਵਿਰੁੱਧ ਬੋਲਦੇ ਆ, ਜਿਹੜੇ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਬੋਲਦੇ ਆ, ਠੋਕ ਕੇ ਬੋਲਦੇ ਆ, ਦੇਸ਼ ਵਿਰੋਧੀ ਤਾਕਤਾਂ ਦੇ ਵਿਰੁੱਧ ਬੋਲਦੇ ਆ, ਤੇ ਤੁਸੀਂ ਜਿਹੜੇ ਇਹੋ ਜਿਹੇ ਲੋਕ ਆ, ਹਾਂਜੀ, ਉਹਨਾਂ ਨੂੰ ਤੁਸੀਂ ਰੱਬ ਹਵਾਲੇ ਛੱਡ ਦਿਓ। ਚਲੋ ਮੈਂ ਨਹੀਂ ਕਹਿੰਦਾ, ਮੈਂ ਆਪਦੀ ਗੱਲ ਕਰਦਾ, ਬੜੇ ਵਿਚਾਰੇ ਹੈਗੇ ਜਿਹੜੇ ਇਸ ਪੱਖੋਂ ਲੜਾਈ ਲੜਦੇ ਆ, ਉਹਨਾਂ ਦੀ ਤੁਸੀਂ ਸਿਕਿਉਰਿਟੀ ਵਾਪਸ ਲੈ ਲਓ। ਮੈਂ ਕਹਿੰਦਾ ਚੰਗੀ ਗੱਲ ਹੋਊਗੀ, ਸਾਰਿਆਂ ਦੀ ਵਾਪਸ ਲੈਣੀ, ਤੇ ਤੁਸੀਂ ਵੀ ਤਾਂ ਵਾਪਸ ਕਰੋ। ਤੁਸੀਂ ਤਾਂ ਪਤਾ ਨਹੀਂ ਛੱਡਿਆ ਹੀ ਕੋਈ ਨਹੀਂਗਾ, ਤੇ 20 ਬੰਦੇ ਜਿਹੜੇ ਤੁਹਾਡੇ ਆ ਮੰਤਰੀ ਲਈ ਫਿਰਦੇ ਆ, ਤੇ ਇੱਕ ਅੱਗੇ ਜਿਪਸੀ, ਇੱਕ ਪਿੱਛੇ ਜਿਪਸੀ। ਤੁਸੀਂ ਵੇਖਿਆ ਹੀ ਹੈ ਪੰਜਾਬ ਦੇ ਵਿੱਚ ਕੀ ਬਣਿਆ ਫਿਰਦਾ। ਇਸ ਕਰਕੇ ਗੱਲਾਂ ਕਹਿ ਦੇਣੀਆਂ ਬੜੀਆਂ ਸੌਖੀਆਂ ਨੇ, ਪਰ ਨਿਭਣਾ ਬੜਾ ਔਖਾ ਜੀ। ਸਰ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਥੈਂਕ ਯੂ।